ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਪਿਛਲੇ ਦਿਨਾਂ ਤੋਂ ਲੈ ਕੇ ਪੰਜਾਬ ਦੇ ਵਿੱਚ ਇੱਕ ਗੱਲ ਬਹੁਤ ਹੀ ਵੱਡੇ ਤਰੀਕੇ ਦੇ ਨਾਲ ਉੱਡੀ ਹੋਈ ਹੈ, ਜਿਸ ਨੂੰ ਅਫਵਾਹ ਕਿਹਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ। ਅਫਵਾਹ ਇਹ ਹੈਗੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਦੇ ਦੌਰਾਨ ਕਰੋਨਾ ਦੇ ਮਰੀਜ਼ ਹੈਗੇ ਨੇ, ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਅੰਗਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਇਲਜ਼ਾਮ ਲਾਇਆ ਜਾ ਰਿਹਾ ਸਿਹਤ ਵਿਭਾਗ ਤੇ, ਬਹੁਤ ਹੀ ਵੱਡਾ ਤੇ ਸੰਗੀਨ ਇਲਜ਼ਾਮ ਹੈ। ਸਿਹਤ ਵਿਭਾਗ ਨੇ, ਪੁਲਿਸ ਪ੍ਰਸ਼ਾਸਨ ਨੇ, ਸਰਕਾਰ ਨੇ ਇਸ ਇਲਜ਼ਾਮ ਨੂੰ ਰੱਦ ਕਰ ਦਿੱਤਾ ਹੈ। ਸੋ ਜਾਣਨ ਦੀ ਬਹੁਤ ਲੋੜ ਹੈ ਕਿ ਕੀ ਅੰਗਾਂ ਦੀ ਤਸਕਰੀ ਹੈ ਜਿਹੜੀ ਉਹ ਇੰਨੀ ਸੌਖੀ ਤੇ ਇੰਨੀ ਛੇਤੀ ਹੋ ਸਕਦੀ ਹੈ। ਅੰਗਾਂ ਦੀ ਤਸਕਰੀ ਹੁੰਦੀ ਕੀ ਹੈ, ਇਹਦੇ ਲਈ ਕੋਈ ਕਾਨੂੰਨ ਬਣਿਆ ਹੋਇਆ ਜਾਂ ਕੀ ਕੁਛ, ਸਾਰਾ ਆਪਾਂ ਨੂੰ ਜਾਣਨਾ ਚਾਹੀਦਾ ਤਾਂ ਕਿ ਜੇ ਅਫਵਾਹ ਵੀ ਹੈਗੀ ਹੈ ਤਾਂ ਸਾਨੂੰ ਪਤਾ ਲੱਗੇ ਕਿ ਹੁੰਦਾ ਕਿਵੇਂ ਹੈ, ਸਾਰਾ ਕੁਛ ਇਹ ਪ੍ਰੋਸੈਸ ਕਿਵੇਂ ਹੈ। ਸੋ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੁੜੇ ਹੋਏ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਹਾਂ, ਬਹੁਤ ਬਹੁਤ ਧੰਨਵਾਦ ਮੈਨੂੰ ਇਸ ਵਿਸ਼ੇ ਲਈ ਨਾਲ ਜੋੜਨ ਲਈ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਸਾਰਿਆਂ ਨੂੰ ਨਿੱਘੀ ਫਤਿਹ। ਇਸ ਤੋਂ ਪਹਿਲਾਂ ਕਿ ਇਹ ਇੰਨਾ ਗੰਭੀਰ ਵਿਸ਼ਾ ਸ਼ੁਰੂ ਕਰੀਏ, ਮੈਂ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਕਿ ਜਿਸ ਤਰੀਕੇ ਇੱਕ ਔਰਤ ਹੁੰਦਿਆਂ ਹੋਇਆਂ ਤੁਸੀਂ ਤਰਥੱਲੀ ਮਚਾ ਦਿੱਤੀ ਹੈ ਇੱਥੇ, ਨਾ ਸਿਰਫ ਪੰਜਾਬੀ ਜ਼ਬਾਨ ਨੂੰ ਚਾਹ ਚੁੱਕਦਿਆਂ, ਬਲਕਿ ਜਿਸ ਖੂਬਸੂਰਤ ਤੇ ਨਫੀਸ ਤਰੀਕੇ ਨਾਲ ਤੁਸੀਂ ਹਰ ਗੱਲ ਲੋਕਾਂ ਦੇ ਵਿੱਚ ਸਾਹਮਣੇ ਲਿਆ ਰਹੇ ਹੋ, ਲੋਕਾਂ ਦੇ ਹਰਮਨ ਪਿਆਰੇ ਬਣ ਰਹੇ ਹੋ। ਰੱਬ ਤੁਹਾਡੇ ਤੇ ਇਸੇ ਤਰ੍ਹਾਂ ਅਸੀਸ ਭਰਿਆ ਹੱਥ ਰੱਖੇ ਜੀ। ਬਹੁਤ ਬਹੁਤ ਧੰਨਵਾਦ ਮੈਮ, ਬਹੁਤ ਬਹੁਤ ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ। ਸੋ ਪਹਿਲਾਂ ਮੈਂ ਇਹੀ ਪੁੱਛਾਂਗੀ ਕਿ ਇਹ ਜਿਹੜਾ ਔਰਗਨ ਟਰਾਂਸਪਲਾਂਟੇਸ਼ਨ ਜਾਂ ਕਹਿ ਦਈਏ ਕਿ ਅੰਗਾਂ ਨੂੰ ਬਦਲਣਾ ਜਾਂ ਕੱਢਣਾ, ਇਹ ਹੈ ਕੀ ਹੈ? ਜੀ, ਪਹਿਲੀ ਜ਼ਰੂਰੀ ਚੀਜ਼ ਤਾਂ ਇਹ ਹੈ ਕਿ ਅੰਗ ਕੱਢਣ ਦਾ ਮਤਲਬ ਜੇ ਕਿ ਤੁਸੀਂ ਗੁਰਦੇ, ਅੱਖਾਂ ਦੀਆਂ ਪੁਤਲੀਆਂ ਜਾਂ ਅੰਤੜੀਆਂ, ਜਿਗਰ, ਦਿਲ, ਇਹ ਸਾਰੀਆਂ ਚੀਜ਼ਾਂ, ਚਮੜੀ, ਯਾਨੀ ਸਭ ਚੀਜ਼ਾਂ ਤੁਸੀਂ ਸਰੀਰ ਚੋਂ ਕਿਸੇ ਇੱਕ ਦੇ ਤੋਂ ਦੂਜੇ ਨੂੰ ਜਿਹੜਾ ਲੋੜਵੰਦ ਹੈ ਉਸ ਨੂੰ ਲਾ ਦੇਣਾ ਨੂੰ ਅਸੀਂ ਔਰਗਨ ਟਰਾਂਸਪਲਾਂਟੇਸ਼ਨ ਕਹਿੰਦੇ ਹਾਂ। ਕਿ ਇੱਕ ਮਨੁੱਖੀ ਸਰੀਰ ਤੋਂ ਦੂਜੇ ਜਿਸ ਨੂੰ ਲੋੜਵੰਦ ਹੈ, ਤੇ ਇਹ ਜਿਹੜਾ ਲੋੜਵੰਦ ਨਹੀਂ ਹੈ, ਯਾਨੀ ਇੱਕ ਤਰੀਕੇ ਜ਼ਿੰਦਾ ਨਹੀਂ ਰਿਹਾ, ਉਸ ਤੋਂ ਦੂਜੇ ਨੂੰ ਲੱਗ ਜਾਣ ਨੂੰ ਹੀ ਇਹ ਅਸੀਂ ਕਹਿੰਦੇ ਹਾਂ ਔਰਗਨ ਟਰਾਂਸਪਲਾਂਟੇਸ਼ਨ। ਜੀ, ਤੇ ਇਹ ਡਾਕਟਰ ਸਾਹਿਬ ਹੋਇਆ ਕਦੋਂ ਸ਼ੁਰੂ ਹੈ ਦੁਨੀਆ ਦੇ ਵਿੱਚ? ਕਦੋਂ ਸ਼ੁਰੂ ਹੋਇਆ, ਕਦੋਂ ਇਹ ਤਕਨੀਕ ਆਈ ਸਾਹਮਣੇ? ਜੀ, ਇਹ ਬੜੀ ਇੰਟਰਸਟਿੰਗ ਜੀ ਚੀਜ਼ ਦੱਸਣਾ ਚਾਹੁੰਦੀ ਹਾਂ। ਸ਼ਾਇਦ ਕਿਸੇ ਨੂੰ ਇਸ ਬਾਰੇ ਇੰਨੀ ਗੰਭੀਰ ਗਿਆਨ ਜੇ ਨਾ ਹੋਵੇ ਤਾਂ ਸਭ ਤੋਂ ਪਹਿਲਾਂ ਈਸਾ ਮਸੀਹ ਤੋਂ 600 ਸਾਲ ਪਹਿਲਾਂ, ਯਾਨੀ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਅਗਾਂਹ ਵਧੂ ਸਮਝਦੇ ਹਾਂ, ਪਰ ਈਸਾ ਮਸੀਹ ਤੋਂ 600 ਸਾਲ ਪਹਿਲਾਂ ਵੀ ਸਾਡੇ ਇਹ ਜ਼ਿਕਰ ਮਿਲਦਾ ਜੇ ਕਿ ਸਰੀਰ ਦੀ ਚਮੜੀ ਤੋਂ ਲੈ ਕੇ ਨੱਕ ਦਾ ਰਿਪੇਅਰ ਕੀਤਾ ਗਿਆ ਸੀ। ਉਦੋਂ ਜੇ ਚੇਤੇ ਹੋਵੇ ਤਾਂ ਗੁਲਾਮ ਬਣਾਏ ਜਾਂਦੇ ਸਨ, ਜਿਨ੍ਹਾਂ ਦੇ ਨੱਕਾਂ ਚੋਂ ਪਾ ਦਿੰਦੇ ਸਨ ਵੱਡੇ ਵੱਡੇ ਉਹ ਗਹਿਣਿਆਂ ਦੀ ਤੌਰ ਤੇ ਜਿਨ੍ਹਾਂ ਤੋਂ ਖਿੱਚ ਕੇ ਲਿਜਾਂਦੇ ਸਨ, ਨੱਕ ਇਹਨਾਂ ਦੇ ਫਟ ਜਾਂਦੇ ਸਨ। ਸੋ ਉਦੋਂ ਜ਼ਿਕਰ ਹੈ ਕਿ ਇਹ ਆਪਣੀ ਸਰੀਰ ਦੀ ਚਮੜੀ ਤੋਂ ਲੈ ਕੇ ਨੱਕ ਰੀਕਨਸਟਰਕਟ ਕਰਨ ਦਾ ਜ਼ਿਕਰ ਮਿਲਦਾ ਜੀ। ਫਿਰ ਇੰਟਰਸਟਿੰਗ ਚੀਜ਼ ਦੇਖੋ, ਜੇ ਕੋਈ ਗਿਆ ਹੋਵੇ ਬਾਹਰ, ਕਿਉਂਕਿ ਇਹ ਬੜੀਆਂ ਖੂਬਸੂਰਤ ਪੇਂਟਿੰਗ ਤੁਹਾਨੂੰ ਮਿਲ ਜਾਂਦੀਆਂ ਨੇ ਵਤਨੋਂ ਪਾਰ, ਜਿੱਥੇ 3 ਸਦੀ ਵਿੱਚ ਲੱਤ ਟਰਾਂਸਪਲਾਂਟ ਕਰਨ ਦੀਆਂ ਪੇਂਟਿੰਗ, ਕਿਉਂਕਿ ਉਦੋਂ ਉਹਨਾਂ ਕੋਲ ਚਿੱਤਰ ਖਿੱਚਣ ਦਾ ਨਹੀਂ ਸੀ ਕੋਈ ਸਿਸਟਮ, ਪੇਂਟਿੰਗਸ ਤਿਆਰ ਕੀਤੀਆਂ ਸੀ ਵੀ ਕਿਸ ਤਰ੍ਹਾਂ ਇੱਕ ਮੁਰਦੇ ਦੀ ਉਹਨਾਂ ਨੇ ਲੱਤ ਉਦੋਂ ਟਰਾਂਸਪਲਾਂਟ ਦੀ। ਇਹਦੇ ਬਾਰੇ ਜ਼ਿਕਰ ਡਿਟੇਲ 'ਚ ਨਹੀਂ ਮਿਲਦਾ, ਪਰ ਉਹ ਚਿੱਤਰ ਜੋ ਬਣਾਇਆ ਹੋਇਆ ਉਹਦੇ ਹੇਠਾਂ ਇਹ ਚੀਜ਼ ਦਾ ਜ਼ਿਕਰ ਹੈ ਕਿ ਲੱਤ ਦੂਸਰੇ ਦੀ ਲਾਈ ਗਈ, ਯਾਨੀ ਕਿ ਹਜ਼ਾਰਾਂ ਸਾਲ ਪਹਿਲਾਂ। ਜੀ, ਤੇ ਇਹ ਸਕਸੈਸਫੁਲ ਹੋਈ ਜਾਂ ਨਹੀਂ ਬਾਰੇ ਸਾਡੇ ਕੋਲ ਕੋਈ ਲਿਖਤ ਉਹ ਚੀਜ਼ ਨਹੀਂ ਰਹੀ। ਫਿਰ ਆਇਆ ਸਮਾਂ 16ਵੀਂ ਸਦੀ ਵਿੱਚ, ਡਾਕਟਰ ਤਗਲੀਆ ਸੀ ਜੋ ਪਲਾਸਟਿਕ ਸਰਜਨ, ਜਿਨ੍ਹਾਂ ਨੇ ਪਹਿਲਾ ਸਫਲ ਨੱਕ ਦਾ ਆਪਰੇਸ਼ਨ ਕਰਕੇ ਵਿਖਾਇਆ, ਉਹ ਵੀ ਉਸੇ ਆਪਣੀ ਸਰੀਰ ਦੀ ਚਮੜੀ ਤੋਂ। ਯਾਨੀ ਇੱਕ ਚੀਜ਼ ਸਪਸ਼ਟ ਹੋ ਗਈ ਕਿ ਜੇ ਉਸ ਤੋਂ ਪਹਿਲਾਂ ਜਿਹੜਾ ਵੀ ਹੋਇਆ ਸੀ, ਯਾਨੀ ਈਸਾ ਮਸੀਹ ਤੋਂ 600 ਸਾਲ ਪਹਿਲਾਂ ਜਿਸ ਦਾ ਜ਼ਿਕਰ ਮਿਲਦਾ ਜੇ, ਇਹਦਾ ਮਤਲਬ ਹੈ ਸਾਡੇ ਕੋਲ ਉਹ ਜਿਹੜੇ ਸਾਡੇ ਵੱਡੇ ਵਡੇਰੇ ਸਨ ਉਹਨਾਂ ਕੋਲ ਕਾਫੀ ਜ਼ਿਆਦਾ ਨੌਲੇਜ ਸੀ। ਅਸੀਂ ਆਪਣੇ ਆਪ ਨੂੰ ਜੋ ਮਰਜ਼ੀ ਸਮਝਦੇ ਰਹੀਏ, ਕਿਉਂਕਿ ਐਗਜ਼ੈਕਟਲੀ ਉਹੀ ਢੰਗ ਵਰਤ ਕੇ 16ਵੀਂ ਸਦੀ ਵਿੱਚ ਇਹ ਜਦੋਂ ਕੀਤਾ ਗਿਆ ਪਲਾਸਟਿਕ ਸਰਜਨ, ਇਹ ਵੀ ਬੜਾ ਸਕਸੈਸਫੁਲ ਸੀ ਜੀ। ਫਿਰ 20ਵੀਂ ਸਦੀ ਵਿੱਚ ਪਹਿਲੀ ਵਾਰ ਦੂਜੇ ਦੇ ਸਰੀਰ ਦਾ ਹਿੱਸਾ ਵਰਤਿਆ ਗਿਆ। ਉਹਦੇ ਵਿੱਚ ਸੰਨ 1954 ਵਿੱਚ ਪਹਿਲਾ ਸੀ ਜਿਹੜਾ ਇੱਕ ਗੁਰਦਾ ਦੂਜੇ ਦੇ ਮਨੁੱਖ ਦੇ ਵਿੱਚ ਲਾਇਆ ਸਫਲਤਾਪੂਰਵਕ।
ਜੀ ਯਾਨੀ ਜਿਸ 'ਚ ਰਿਜੈਕਸ਼ਨ ਨਹੀਂ ਹੋਈ। ਫਿਰ 1960 ਵਿੱਚ ਜਿਗਰ, ਦਿਲ ਤੇ ਪੈਨਕ੍ਰੀਆਸ ਟ੍ਰਾਂਸਪਲਾਂਟ ਕੀਤੇ ਗਏ। ਫਿਰ ਫੇਫੜੇ ਤੇ ਅੰਤੜੀਆਂ 1980 ਵਿੱਚ ਟ੍ਰਾਂਸਪਲਾਂਟ ਹੋਏ। ਜੀ ਤੇ ਜਿਹੜੀ ਸੈਲਫ ਸੀ ਯਾਨੀ ਆਪਣੀ ਚਮੜੀ ਹੀ ਜਦੋਂ ਵਰਤਣੀ ਸੀ, ਉਹ ਖਿਆਲ ਕਰਿਓ 1869 ਯਾਨੀ 1869 ਵਿੱਚ ਪਹਿਲੀ ਵਾਰ ਵੱਡੇ ਜ਼ਖਮ ਜੋ ਹੋਏ ਸਨ ਜੰਗਾਂ ਦੌਰਾਨ ਜਾਂ ਜਿਹੜੇ, ਉਹ ਆਪਣੀ ਸਰੀਰ ਤੋਂ ਦੂਜੇ ਪਾਸੋਂ ਚਮੜੀ ਲੈ ਕੇ ਕੀਤੇ ਗਏ ਸਨ। ਹੁਣ ਠੀਕ ਹੈ। ਇਹ ਇੰਨਾ ਕੁ ਉਦੋਂ ਕਮਾਲ ਦੀ ਚੀਜ਼ ਉਸ ਸਮੇਂ ਭਾਲੀ ਜਾਣ ਲੱਗ ਪਈ ਕਿ ਇਹਦਾ ਨਾਮ ਹੌਲੀ ਹੌਲੀ ਵੱਡੇ, ਕਿਉਂਕਿ ਇਹ ਅਸਲ 'ਚ ਅਸੀਂ ਮੁਸੀਬਤ ਇਹ ਹੈ ਕਿ ਭਾਰਤ ਵਿੱਚ ਜਿੰਨਾ ਗਿਆਨ ਸੀ ਬਾਹਰਲੇ ਹਮਲਾਵਰ ਲੈ ਗਏ, ਆਪਣੇ ਆਪਣੇ ਜ਼ਬਾਨਾਂ 'ਚ ਤਰਜਮਾ ਕਰਕੇ ਉਹਨਾਂ ਨੇ ਵੱਡੇ ਵੱਡੇ ਗ੍ਰੰਥ ਤਿਆਰ ਕਰ ਲਏ ਤੇ ਅਸੀਂ ਅੱਜ ਉਹਨਾਂ ਦਾ ਹੀ ਤਰਜਮਾ ਉਹੀ ਪੜ੍ਹ ਰਹੇ ਹਾਂ ਜੋ ਸਾਡੇ ਵੱਲੋਂ ਤਿਆਰ ਹੋਇਆ ਸੀ। ਇਹੀ ਕਾਰਨ ਹੈ ਕਿ ਇਹ ਵੱਡੇ ਆਪਰੇਸ਼ਨ ਸਾਡੇ ਹੀ ਇੱਥੋਂ ਚੁੱਕ ਕੇ ਲਗਾਏ ਹੋਏ ਗਿਆਨ, ਜਿਹੜਾ ਸਾਰਾ ਉੱਧਰ ਸ਼ੁਰੂ ਹੋਇਆ, ਆਪਰੇਸ਼ਨ ਹੋਏ, ਸਭ ਕੁਛ ਕੀਤਾ, ਉਹ ਅਸਲ ਵਿੱਚ ਭਾਰਤ ਵਿੱਚ ਹੀ ਪਹਿਲਾਂ ਸ਼ੁਰੂ ਹੋਏ ਸਨ। ਤੇ ਪਰ ਇਹਦਾ ਨਾਮ ਫਿਰ ਹੌਲੀ ਹੌਲੀ ਮੈਡੀਕਲ ਟੂਰਿਜ਼ਮ ਬਣਾ ਦਿੱਤਾ ਗਿਆ। ਜੀ ਹੁਣ ਇਹਦੇ ਵਿੱਚ ਕੀ ਹੁੰਦਾ ਸੀ ਕਿ ਭਾਰਤ ਰਹਿ ਗਿਆ ਗਰੀਬ ਤੇ ਸਾਰਾ ਕੁਝ ਲੁੱਟ ਕੇ ਲੈ ਗਏ ਤੇ ਇੱਥੋਂ ਦਿਆਂ ਨੂੰ ਬੰਦੀ ਬਣਾ ਲਿਆ, ਕੁਝ ਬਾਹਰ ਨਿਕਲ ਗਏ, ਉਹਨਾਂ ਥਾਵਾਂ ਤੇ ਸੈਟਲ ਡਾਊਨ ਹੋ ਗਏ। ਹੌਲੀ ਹੌਲੀ ਗਰੀਬੀ ਜਦੋਂ ਕਿਸੇ ਵੀ ਮੁਲਕ ਤੇ ਆ ਜਾਵੇ ਤਾਂ ਜਿਹੜੇ ਵਿਕਸਿਤ ਮੁਲਕ ਹੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਸਾਰੇ ਗੁਲਾਮ ਹੀ ਨੇ, ਸੋ ਉਹਨਾਂ ਨੇ ਹੌਲੀ ਹੌਲੀ ਇੱਥੋਂ ਬੰਦੇ ਟਰਾਂਸਪੋਰਟ ਕਰਨੇ, ਉਹਨਾਂ ਨੂੰ ਗੁਲਾਮਾਂ ਦੀ ਤਰ੍ਹਾਂ ਲਿਜਾਉਣਾ ਤੇ ਉਹਨਾਂ ਦੇ ਜਦੋਂ ਲੋੜ ਪੈਣੀ ਅੰਗ ਕੱਢ ਲੈਣੇ, ਮਾਰ ਦੇਣਾ ਉਹਨਾਂ ਨੂੰ, ਤੇ ਜਿਹੜੇ ਲੋੜਵੰਦ ਹੁੰਦੇ ਸੀ ਰਈਸ ਜਾਂ ਰਸੂਖਵਾਨ, ਉਹਨਾਂ ਦੇ ਵਿੱਚ ਪਾ ਦੇਣੇ। ਯਾਨੀ ਇਹਨੂੰ ਉਦੋਂ ਅੰਗਾਂ ਦਾ ਵਪਾਰ ਕਹਿਣਾ ਸ਼ੁਰੂ ਕਰ ਦਿੱਤਾ, ਜਿਹੜਾ ਖਤਰਨਾਕ ਕਹਿ ਸਕਦੇ ਆ ਜੀ। ਉਦੋਂ ਕਿਉਂਕਿ ਆਵਾਜ਼ ਚੁੱਕਣ ਵਾਲਾ ਕੋਈ ਹੈ ਹੀ ਨਹੀਂ ਸੀ ਕਿ ਇੱਥੋਂ ਲੈ ਜਾਓ। ਇਸੇ ਤਰ੍ਹਾਂ ਹੀ ਜਿੱਥੇ ਵੀ ਕਿਤੇ ਕੋਈ ਥਾਂ ਲੱਗਦਾ ਵੀ ਇਹ ਮੁਲਕ ਗਰੀਬ ਹੈ, ਲੋੜਵੰਦ ਨੇ ਇੱਥੇ ਲੋਕ, ਉਹ ਕੰਮ ਦੇ ਭਾਲ ਵਿੱਚ ਬਾਹਰ ਜਾਣੇ ਤੇ ਇਸ ਤਰੀਕੇ ਅੜਿੱਕੇ ਉਹਨਾਂ ਨੂੰ ਮਾਰ ਦਿੱਤਾ ਜਾਣਾ, ਉਹਨਾਂ ਦੇ ਅੰਗ ਕੱਢ ਦਿੱਤੇ ਜਾਣੇ। ਇਹ ਰਸੂਖਵਾਨਾਂ ਦੇ ਕੋਲ ਜਦੋਂ ਵੱਡੀ ਗਿਣਤੀ ਵਿੱਚ ਇਹ ਚੀਜ਼ਾਂ ਸ਼ੁਰੂ ਹੋਈਆਂ, ਉਦੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਨੇ ਆਵਾਜ਼ ਚੁੱਕੀ। ਠੀਕ ਹੈ। ਹੁਣ ਗੱਲ ਕੀ ਹੋਈ, ਜਿਵੇਂ ਇੰਡੀਆ ਦੀ ਆਪਾਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਤਾਂ ਐਕਟ ਇੱਕ ਪਹਿਲਾ ਬਣਿਆ ਸੀ 1994, ਜਿਸ ਤੋਂ ਬਾਅਦ ਮੇਰਾ ਖਿਆਲ ਹੈ ਕਈ ਕੇਸ ਜੋ ਸਾਹਮਣੇ ਆਉਣ ਲੱਗ ਗਏ ਸਨ। ਫਲਾਣੇ ਦਾ ਗੁੱਦਾ ਕੱਢ ਲਿਆ, ਉਹ ਡਾਕਟਰ ਫੜਿਆ ਗਿਆ, ਇਹ ਖਾਸਾ ਕੁਛ ਮੇਰਾ ਖਿਆਲ ਹੈ ਤੁਸੀਂ ਸੁਣਿਆ ਹੋਏਗਾ ਬਿਲਕੁਲ ਖਬਰਾਂ ਦੇ ਵਿੱਚ। ਹਾਂਜੀ। ਇਹਨੂੰ ਹੌਲੀ ਹੌਲੀ ਅਮੈਂਡ ਕਰ ਦਿੱਤਾ ਗਿਆ 2011 ਵਿੱਚ, ਜਿੱਥੇ ਕੁਝ ਆਪਾਂ ਬਾਅਦ ਵਿੱਚ ਡਿਟੇਲ 'ਚ ਗੱਲ ਕਰਾਂਗੇ, ਜਿੱਥੇ ਕੁਛ ਉਹਨਾਂ ਨੇ ਪੇਪਰ ਕੰਪਲਸਰੀ ਕਰ ਦਿੱਤੇ। ਉਹਦੇ ਵਿੱਚ ਹੁਣ ਕੀ ਹੋਇਆ, ਮੈਂ ਕੋਈ ਨਾ ਡਾਕਟਰਾਂ ਦਾ ਪੱਖ ਲੈ ਰਹੀ ਹਾਂ ਨਾ ਸਰਕਾਰ ਦਾ, ਮੈਂ ਜੋ ਅਸਲ ਗੱਲ ਹੋਈ ਉਹੀ ਦੱਸਣ ਲੱਗੀ ਹਾਂ ਕਿ ਉਦੋਂ ਲੋਕਾਂ ਨੇ ਆਪਣੀ ਸੌਖ ਲਈ ਗਲਤ ਪੇਪਰ ਪ੍ਰਜੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਇਹ ਸਾਡਾ ਰਿਸ਼ਤੇਦਾਰ ਹੀ ਹੈ, ਤੇ ਲੈ ਆਉਣਾ ਕੋਈ ਭਈਆ ਜਾਂ ਕੋਈ ਵਿਚਾਰਾ ਰਿਕਸ਼ੇ ਵਾਲਾ ਗਰੀਬ, ਉਹਦਾ ਗੁਰਦਾ ਕਢਵਾ ਦੇਣਾ, ਤੇ ਉਹ ਨਤੀਜੇ ਵਜੋਂ ਕਿਉਂਕਿ ਉਹ ਪੇਪਰ ਗਲਤ ਹੁੰਦੇ ਸਨ ਤੇ ਉਹ ਡਾਕਟਰਾਂ ਨੂੰ ਫੜ ਲਿਆ ਗਿਆ, ਜਿਨ੍ਹਾਂ ਕੇਸਾਂ ਵਿੱਚ ਡਾਕਟਰਾਂ ਦੀ ਗਲਤੀ ਨਹੀਂ ਵੀ ਸੀ। ਯਾਨੀ ਕਰਵਾਉਣ ਵਾਲੇ ਨੇ ਗਲਤ ਪੇਪਰ ਦਿੱਤੇ ਤੇ ਉਹਨਾਂ ਸਦਕਾ 20 ਡਾਕਟਰਾਂ ਦੀ ਸਜ਼ਾ ਡਾਕਟਰਾਂ ਨੂੰ ਹੋਈ। ਸੋ ਉਹ ਜਦੋਂ ਚੀਜ਼ ਵੇਖੀ ਗਈ, ਉਸ ਤੋਂ ਬਾਅਦ ਨਵੇਂ ਰੂਲ ਫਿਰ 2014 ਵਿੱਚ ਫਿਰ ਹੋਏ, ਜੋ ਕਿ ਹੁਣ ਦੁਬਾਰਾ ਅਮੈਂਡ ਹੋਏ। ਯਾਨੀ ਇਹ ਸਾਰੀਆਂ ਚੀਜ਼ਾਂ ਜੇ ਚੱਲ ਰਹੀਆਂ ਨੇ ਤੇ ਆਪਾਂ ਜੋ ਲੇਟੈਸਟ ਹੁਣ ਆਇਆ ਉਸ ਬਾਰੇ ਵੀ ਗੱਲ ਕਰਾਂਗੇ। ਜੀ ਪਹਿਲਾਂ ਸਮਝੀਏ, ਜਿਵੇਂ ਤੁਸੀਂ ਪਹਿਲਾਂ ਹੀ ਸਵਾਲ ਮੈਨੂੰ ਕੀਤਾ ਸੀ ਕਿ ਅੰਗ ਹੁਣ ਕੱਢੇ ਕਿਸ ਤੋਂ ਜਾ ਸਕਦੇ ਨੇ। ਬਿਲਕੁਲ। ਦੇਖੋ ਦੋ ਤਰ੍ਹਾਂ ਦੇ ਨੇ ਬੰਦੇ, ਕਿਉਂਕਿ ਮੈਂ ਕਿਹਾ ਵੀ ਜਿਸ ਤੋਂ ਲੈਣਾ, ਜਿਹਦਾ ਦਿਲ ਹੀ ਕੱਢ ਲੈਣਾ ਜ਼ਾਰਾ, ਉਹ ਜਾਂ ਤਾਂ ਮਰ ਚੁੱਕਿਆ ਹੋਏਗਾ ਜਾਂ ਮਰਨ ਵਾਲਾ ਹੋਏਗਾ, ਦੋ ਹੀ ਤਰੀਕੇ ਹੋ ਸਕਦੇ ਨੇ। ਹੁਣ ਮਰ ਚੁੱਕੇ ਬੰਦੇ ਨੂੰ ਕੀ ਗਿਣਿਆ ਜਾਂਦਾ ਦੁਨੀਆ ਭਰ ਵਿੱਚ, ਜਿਹਦੀ ਦਿਲ ਦੀ ਧੜਕਣ ਰੁਕ ਚੁੱਕੀ ਹੈ, ਸਾਹ ਬੰਦ ਹੋ ਚੁੱਕਿਆ, ਪੁਤਲੀ ਫੈਲ ਚੁੱਕੀ ਹੈ, ਯਾਨੀ ਉਸ ਦੇ ਵਿੱਚ ਹੁਣ ਕੁਝ ਵੀ ਬਚਿਆ ਨਹੀਂ, ਸਵਾਸ ਨਹੀਂ ਹਨ। ਤਾਂ ਇਸ ਹਾਲਤ ਵਿੱਚ 3 ਘੰਟੇ ਦੇ ਅੰਦਰ ਅੰਦਰ, ਯਾਨੀ ਮੌਤ ਦੇ ਸਿਰਫ 3 ਘੰਟੇ ਦੇ ਅੰਦਰ ਅੰਦਰ, ਖਿਆਲ ਕਰਿਓ, ਜਿਹੜਾ ਉਹਦਾ ਜੋ ਨਿਕਲ ਸਕਦਾ ਹੈ ਗੁਰਦਾ, ਜਿਗਰ ਤੇ ਦਿਲ, ਮੈਂ ਦੁਬਾਰਾ ਕਹਿ ਰਹੀ ਹਾਂ 3 ਘੰਟੇ ਦੇ ਅੰਦਰ ਇਹ ਫਿੱਟ ਹੋ ਜਾਣਾ ਚਾਹੀਦਾ। ਮੌਤ ਦੇ 3 ਘੰਟੇ ਦੇ ਅੰਦਰ ਅੰਦਰ ਜਾ ਕੇ ਫਿੱਟ ਹੋ ਜਾਣਾ ਚਾਹੀਦਾ। 3 ਘੰਟੇ ਇੱਕ ਵਾਰ ਮਰਿਆਂ ਨੂੰ ਹੋ ਗਏ, ਉਹਦੇ ਵਿੱਚੋਂ ਕੋਈ ਵੀ ਅੰਗ ਸਾਡੇ ਕੰਮ ਦਾ, ਕਿਸੇ ਦਾ ਡਾਕਟਰ ਦੇ ਲਈ ਕਿਸੇ ਲਈ ਵੀ ਨਹੀਂ ਕੰਮ ਦਾ ਰਹਿੰਦਾ, ਸਿਵਾਏ ਇੱਕ ਅੱਖਾਂ ਦਾ ਕੋਰਨੀਆ, ਜੋ 12 ਘੰਟੇ ਬਾਅਦ ਤੱਕ ਵੀ
ਲਾ ਕੇ ਕਿਸੇ ਹੋਰ ਨੂੰ ਅਸੀਂ ਨੇਤਰਦਾਨ ਵਜੋਂ ਦਿੱਤਾ ਜਾ ਸਕਦਾ। ਜੀ ਡਾਕਟਰ ਸਾਹਿਬ, ਇਹ ਮੇਰੇ ਮਨ 'ਚ ਸਵਾਲ ਆ ਰਿਹਾ ਸੀ ਕਿ 3 ਘੰਟੇ ਦੇ ਅੰਦਰ, ਮੌਤ ਤੋਂ 3 ਘੰਟੇ ਦੇ ਅੰਦਰ ਅੰਦਰ ਜੇ ਤੁਸੀਂ ਕੱਢਣੇ ਨੇ ਅੰਗ, ਤਾਂ ਉਹ 3 ਘੰਟੇ ਦੇ ਅੰਦਰ ਅੰਦਰ ਕੱਢਣੇ ਆ ਕਿ ਉਸੇ 3 ਘੰਟੇ ਦੇ ਅੰਦਰ ਅੰਦਰ ਦੂਸਰੇ ਨੂੰ ਪਾ ਵੀ ਦੇਣੇ ਆ? ਨਹੀਂ, ਫਿਰ ਉਹਦਾ ਤਾਂ ਦਿਲ ਨੂੰ ਜਦੋਂ ਕੱਢ ਹੀ ਲਿਆ ਆਪਾਂ, ਮੁਰਦੇ ਦੇ ਨਾਲ ਦੀ ਨਾਲ ਕੱਢਣੇ ਨੇ। ਉਹਨੂੰ 3 ਘੰਟੇ ਜੇ ਪਹਿਲਾਂ ਹੀ ਦੇਤੇ ਤੇ ਉਹ ਲਿਜਾਣ ਦਾ ਸਮਾਂ ਵੀ ਨਹੀਂ ਬਚਣਾ। ਠੀਕ ਹੈ, ਕਿਉਂਕਿ ਉਹ ਖਤਮ ਹੋ ਚੁੱਕਿਆ। ਉਹਨੂੰ ਉਸੇ ਸਕਿੰਟ ਕੱਢ ਕੇ, ਜਿਹੜਾ ਕਿ ਮੇਜਰ ਆਪਰੇਸ਼ਨ ਹੈ, ਉਹਨੂੰ ਕੱਢ ਕੇ ਤੇ ਅੱਗੋਂ ਵੀ ਉਹਨੂੰ ਪਹੁੰਚਾਉਣਾ ਜਿਹੜਾ 3 ਘੰਟੇ ਦੇ ਵਿੱਚ ਲੱਗ ਜਾਵੇ। ਪਰ ਮੇਰੇ ਨਾਲ ਇੱਕ ਜ਼ਰੂਰੀ ਗੱਲ ਸੁਣੋ, ਇਸ ਦੌਰਾਨ ਜ਼ਰੂਰੀ ਕੀ ਚੀਜ਼ ਜੇ ਕਿ ਸਾਰੇ ਦੇ ਸਾਰੇ ਟੈਸਟ ਪੂਰੇ ਹੋ ਚੁੱਕੇ ਹੋਣ। ਯਾਨੀ ਮਰ ਚੁੱਕੇ ਬੰਦੇ ਦਾ ਕੋਈ ਟੈਸਟ ਜਿਹੜਾ ਨਾ ਰਵੇ, ਉਹਦੀਆਂ ਲਾਗ ਦੀਆਂ ਬਿਮਾਰੀਆਂ ਨਾ ਹੋਣ, ਉਹਦੀ ਮੈਚਿੰਗ ਹੋਈ ਹੋਵੇ। ਉਸ ਤੋਂ ਬਗੈਰ ਇਹ ਅੰਗ ਵਰਤੇ ਨਹੀਂ ਜਾ ਸਕਦੇ। ਯਾਨੀ ਜਿਹੜੇ ਮਰਜ਼ੀ ਬੰਦੇ ਨੂੰ ਜੋ ਮਰਜ਼ੀ ਨਹੀਂ ਲੱਗ ਸਕਦਾ। ਜੇ ਇਹ ਮੈਚਿੰਗ ਨਾ ਹੋਏ ਤਾਂ ਜਿਸ ਨੂੰ ਲਾਇਆ ਜਾਏਗਾ, ਜੇ ਉਹਦੇ ਨਾਲ ਉਹ ਅੰਗ ਦੀ ਮੈਚਿੰਗ ਹੀ ਨਹੀਂ, ਉਹ ਮਰ ਜਾਏਗਾ ਬੰਦਾ। ਗ੍ਰਾਫਟ ਰਿਜੈਕਸ਼ਨ ਹੋ ਜਾਂਦੀ ਹੈ ਜੀ। ਤੇ ਫਿਰ ਆਪਾਂ ਗਲਤ ਜੀ ਡਾਕਟਰ ਸਾਹਿਬ, 3 ਘੰਟੇ ਦਾ ਤਾਂ ਸਮਾਂ ਹੀ ਬਹੁਤ ਥੋੜਾ। ਇੰਨੇ ਕੁ ਟਾਈਮ ਦੇ ਵਿੱਚ ਸਾਰੇ ਟੈਸਟ ਕਰਨੇ, ਫਿਰ ਅੰਗ ਕੱਢਣੇ, ਫਿਰ ਅਗਲੇ ਨੂੰ ਪਾਉਣੇ, ਇਹ ਬਹੁਤ ਹੀ ਔਖਾ ਹੋਏਗਾ। ਜੀ ਬਿਲਕੁਲ, ਤੁਸੀਂ ਗੱਲ ਸਮਝੋ। ਜਦੋਂ ਆਪਾਂ ਅੱਗੇ ਗੱਲ ਕਰਾਂਗੇ ਕਿ ਪੰਜਾਬ ਅੰਦਰ ਤਾਂ ਜੇ ਹੋ ਹੀ ਨਹੀਂ ਰਿਹਾ, ਤਾਂ ਆਪਾਂ ਸਮਝ ਸਕਦੇ ਹਾਂ ਵੀ ਜੇ ਕਿਸੇ ਨੂੰ ਲੋੜ ਹੈ ਤਾਂ ਕਿਵੇਂ ਲਿਜਾਇਆ ਜਾਂਦਾ। ਸਾਰਾ ਕੁਝ ਆਪਾਂ ਡਿਟੇਲ 'ਚ ਗੱਲ ਕਰਦੇ ਹਾਂ। ਬਿਲਕੁਲ, ਇੱਕ ਗੱਲ ਤਾਂ ਸਮਝ ਆ ਗਈ ਕਿ ਜਿਹੜਾ ਇਸ ਤਰੀਕੇ ਦੀ ਕੋਈ ਲਾਸ਼ ਫਰਜ਼ ਕਰੋ ਆਈ ਹੋਵੇ, ਜਾਂ ਕੋਈ ਬੰਦਾ ਇੰਨਾ ਗੰਭੀਰ ਬਿਮਾਰ ਹੋ ਕੇ ਜਿਹੜਾ ਪਹੁੰਚਿਆ ਹੋਵੇ, ਜਿਹੜਾ ਇੱਕਦਮ ਆ ਕੇ ਮਰ ਗਿਆ, ਤਾਂ ਉਹਦੇ ਟੈਸਟ ਹੀ ਪੂਰੇ ਨਹੀਂ ਹੋ ਸਕਦੇ ਜਿਹੜੇ ਪਹਿਲਾਂ ਤਾਂ ਉਹਦਾ ਗੁਰਦਾ ਠੀਕ ਕੰਮ ਕਰਦਾ ਹੋਏ, ਉਹਨੂੰ ਕੋਈ ਲਾਗ ਦੀ ਬਿਮਾਰੀ ਨਾ ਹੋਏ, ਉਹਨੂੰ ਏਡਜ਼ ਨਾ ਹੋਏ, ਉਹਨੂੰ ਕੈਂਸਰ ਨਾ ਹੋਏ, ਉਹਦਾ ਜਿਗਰ ਪੂਰਾ ਠੀਕ ਕਰਦਾ ਹੋਏ ਕੰਮ, ਗੁਰਦਾ ਪੂਰਾ ਠੀਕ ਕਰਦਾ ਹੋਏ, ਉਹਨੂੰ HIV ਨਾ ਹੋਏ, ਉਹਨੂੰ ਕਰੋਨਾ ਨਾ ਹੋਏ, ਉਹਨੂੰ CJ ਕੋਈ ਸਲੋ ਵਾਇਰਲ ਡਿਜ਼ੀਜ਼ ਨਾ ਹੋਏ। ਯਾਨੀ ਇੰਨਾ ਕੁਛ ਸਾਰੇ ਟੈਸਟਾਂ ਤੋਂ ਬਾਅਦ, ਜਿਨ੍ਹਾਂ ਨੂੰ ਸਮਾਂ ਲੱਗਦਾ ਹੈ ਪੂਰਾ, ਕਈ ਵਾਰ ਤਾਂ 3-3 ਦਿਨ ਵੀ ਲੱਗ ਜਾਂਦੇ ਨੇ ਇਹੋ ਜਿਹੇ ਪੂਰੇ ਟੈਸਟਾਂ ਨੂੰ। ਉਹ ਟੀਮ ਬਣਦੀ ਹੈ, ਉਹ ਮੈਂ ਅੱਗੇ ਦੱਸਦੀ ਹਾਂ ਤੁਹਾਨੂੰ। ਪਰ ਇਹ ਚੀਜ਼ਾਂ ਨਾਲੋਂ ਜੋ ਸੌਖੀ ਚੀਜ਼ ਹੁੰਦੀ ਹੈ, ਸਭ ਤੋਂ ਇੰਪੋਰਟੈਂਟ ਚੀਜ਼ ਕਿ ਉਹ ਅੱਖ ਦੀ ਪੁਤਲੀ ਲਾ ਸਕਦੇ ਹਾਂ, ਉਹ ਵੀ ਜਿਹੜਾ ਅੱਗੇ ਲੋੜਵੰਦ ਹੈ ਉਹ ਪਹਿਲਾਂ ਤਿਆਰ ਹੋਵੇ ਆਪਰੇਸ਼ਨ ਲਈ। ਤੇ ਸਭ ਤੋਂ ਜ਼ਰੂਰੀ ਚੀਜ਼ ਕਿ ਜਿਹੜਾ ਮਰ ਚੁੱਕਿਆ ਕਿ ਉਹਨੇ ਸਾਈਨ ਕੀਤੇ ਹੋਏ ਨੇ ਕਿ ਮੈਂ ਅੰਗ ਦਾਨ ਕਰਨੇ ਨੇ। ਬਿਲਕੁਲ, ਇਹ ਮਤਲਬ ਕਾਨੂੰਨੀ ਤੌਰ ਤੇ ਹੁਣ ਗੱਲਾਂ ਆ ਗਈਆਂ, ਕਾਨੂੰਨੀ ਤੌਰ ਤੇ ਆ ਚੁੱਕਾ ਜੀ। ਹੁਣ ਦੂਜਾ ਇੱਕ ਹੋਇਆ ਜਿਸ ਦੇ ਯਾਨੀ ਮਰਨ ਤੋਂ ਕੀ ਪਹਿਲਾਂ ਵੀ ਅੰਗ ਕੱਢੇ ਜਾ ਸਕਦੇ ਨੇ। ਬਹੁਤ ਇੰਪੋਰਟੈਂਟ ਗੱਲ ਹੈ ਤੇ ਇਹਦੇ ਉੱਤੇ ਸਾਰਾ ਆਧਾਰ ਜੇ, ਜੋ ਅਸੀਂ ਨਾਰਮਲ ਕਹਿੰਦੇ ਆ ਕਿ ਅਸੀਂ ਆਰਗਨ ਟ੍ਰਾਂਸਪਲਾਂਟ ਕੀਤਾ, ਸਾਰੇ ਦਾ ਸਾਰਾ ਆਧਾਰ ਜੇ ਮੌਤ ਤੋਂ ਪਹਿਲਾਂ ਦਾ ਜੀ। ਹੁਣ ਸਮਝੋ ਵੀ ਮੌਤ ਤੋਂ ਪਹਿਲਾਂ ਮਤਲਬ ਕਿ ਜ਼ਿੰਦਾ ਬੰਦੇ ਦੇ ਕੱਢ ਲੈਣੇ ਨੇ, ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਗੱਲ ਸਮਝੋ, ਜਦੋਂ ਕੋਈ ਭਿਆਨਕ ਐਕਸੀਡੈਂਟ ਵਿੱਚ ਡੂੰਘੀ ਸਿਰ ਦੀ ਸੱਟ ਵੱਜ ਗਈ ਹੋਵੇ, ਮਰੀਜ਼ ICU 'ਚ ਦਾਖਲ ਹੋਵੇ, ਉਸ ਦਾ ਸਾਹ ਸਿਰਫ ਵੈਂਟੀਲੇਟਰ ਸਦਕਾ ਚੱਲ ਰਿਹਾ ਹੋਵੇ, ਵੈਸੇ ਨਹੀਂ ਲੈ ਰਿਹਾ ਸਾਹ, ਯਾਨੀ ਵੈਂਟੀਲੇਟਰ ਤੋਂ ਬਾਹਰ ਕੱਢਦੇ ਆ ਤੇ ਉਹ ਮਰ ਜਾਂਦਾ। ਠੀਕ ਹੈ, ਵੈਂਟੀਲੇਟਰ ਨਾਲ ਸਾਹ ਚੱਲ ਰਿਹਾ, ਦਿਲ ਧੜਕ ਰਿਹਾ, ਪਰ ਇਸ ਤਰ੍ਹਾਂ ਦੇ ਹਾਲਤ ਵਿੱਚ ਅਸੀਂ ਬ੍ਰੇਨ ਸਟੈਮ ਡੈਥ ਕਹਿੰਦੇ ਆ। ਯਾਨੀ ਜਿਹੜੇ ਦਿਮਾਗ ਤੋਂ ਸੁਨੇਹੇ ਆਣੇ ਸੀ ਦਿਲ ਤੇ ਸਾਹ ਨੂੰ ਤੋੜਨ ਲਈ, ਉਹ ਖਤਮ ਹੋ ਚੁੱਕੇ ਨੇ ਤੇ ਉਹ ਮਰੀਜ਼ ਇੱਕ ਤਰੀਕੇ, ਬਾਕੀ ਸਾਰੇ ਅੰਗ ਠੀਕ ਠਾਕ ਨੇ ਜੀ, ਪਰ ਉਸ ਦਾ ਯਾਨੀ ਇਹ ਪੱਕੀ ਤਰੀਕੇ ਕਹਿ ਦਿੱਤਾ ਗਿਆ ਕਿ ਡੂੰਘੇ ਕੋਮਾ ਵਿੱਚ ਹੈ ਤੇ ਮਰੀਜ਼ ਕਦੇ ਵੀ ਠੀਕ ਨਹੀਂ ਹੋ ਸਕਦਾ ਏ। ਇਹਨੂੰ ਅਸੀਂ ਬ੍ਰੇਨ ਸਟੈਮ ਡੈਥ ਕਹਿੰਦੇ ਆ। ਹੁਣ ਇਹਦੇ ਵਿੱਚ ਕੀ ਹੁੰਦਾ ਕਿ ਉਹ ਪਹਿਲਾਂ ਫਿਰ ਉਹੀ ਗੱਲ ਕਿ ਉਹ ਬੰਦੇ ਨੇ ਆਪ ਕਿਹਾ ਹੋਵੇ ਕਿ ਮੈਂ ਅੰਗ ਦਾਨ ਕਰਨਾ ਚਾਹੁੰਦਾ ਜੀ। ਮਿਸਾਲ ਵਜੋਂ ਜੇ ਕਿਸੇ ਨੇ ਨਹੀਂ ਕਿਹਾ, ਜਿਵੇਂ ਮੈਂ ਤੁਹਾਨੂੰ ਇੱਕ ਡਾਕਟਰ ਕਪਲ ਦੀ ਗੱਲ ਦੱਸਦੀ ਹਾਂ ਜਿਨ੍ਹਾਂ ਦੀ ਆਪਣੀ ਬੇਟੀ ਅਮਰੀਕਾ ਵਿੱਚ ਡਾਕਟਰੀ ਕਰ ਰਹੀ ਸੀ ਜੀ। ਬ੍ਰੇਨ ਕੈਂਸਰ ਹੋਇਆ ਉਹਨੂੰ ਤੇ ਉਸ ਤੋਂ ਬਾਅਦ ਜਿਹੜਾ ਯਾਨੀ ਉਹਦੀ ਹੋ ਗਈ, ਉਹਦੀ ਮੌਤ ਹੋਈ, ਉਹ ਆਲਮੋਸਟ ਕੋਮਾ ਵਿੱਚ ਪਹਿਲਾਂ ਚਲੀ ਗਈ ਸੀ। ਤਾਂ ਉਹਦੇ ਜਿਉਂਦੇ ਇੱਕ ਤਰੀਕੇ, ਜਿਵੇਂ ਬ੍ਰੇਨ ਡੈਡ ਵਾਲੀ ਜੋ ਗੱਲ ਮੈਂ ਕਹਿ ਰਹੀ ਹਾਂ ਕਿ ਬ੍ਰੇਨ ਸਟੈਮ ਡੈਥ ਸੀ, ਤਾਂ ਉਸ ਬੱਚੀ ਨੇ 23 ਜਣਿਆਂ ਨੂੰ ਆਪਣੇ, ਯਾਨੀ ਉਹਦੇ ਉਸ ਡਾਕਟਰ ਕਪਲ ਨੇ ਜੋ ਕਿ ਇੱਥੋਂ ਦੇ ਹੀ ਸਨ, ਪਟਿਆਲੇ ਦੇ ਹੀ, ਆਪਣੀ ਧੀ ਦੇ 23 ਅੰਗ ਸਮੇਤ ਚਮੜੀ ਤੇ ਅੰਤੜੀਆਂ ਕੀ ਸਭ ਕੁਛ ਦਿਲ ਤੱਕ ਡੋਨੇਟ ਕੀਤੇ। 23 ਬੰਦਿਆਂ ਨੂੰ ਜ਼ਿੰਦਗੀ ਦੇ ਗਈ ਉਹ ਜਾਂਦੇ ਜਾਂਦੇ ਜੀ। ਸੋ ਇਸ ਤਰ੍ਹਾਂ ਦੀ ਚੀਜ਼ ਦਾ ਮਤਲਬ ਹੈ ਜਦੋਂ ਕਿਸੇ ਦੇ ਅੰਗ ਕੱਢਣ ਲਈ ਕੋਈ ਵੀ
ਉਹਦਾ ਰਿਸ਼ਤੇਦਾਰ ਜਾਂ ਮਾਂ ਜਾਂ ਪਿਓ ਜਾਂ ਕੋਈ ਫੈਸਲਾ ਲੈਂਦਾ ਕਿ ਮੈਂ ਆਪਣੇ ਬੱਚੇ ਦੇ ਕਿਸੇ ਨੂੰ ਦੇਣਾ ਚਾਹੁੰਦਾ, ਕਿ ਮੈਂ ਕਿਸੇ ਹੋਰ ਵਿੱਚ ਇਸ ਬੱਚੇ ਦਾ ਅਕਸ ਆਪਣੇ ਦਾ ਦੇਖਦਾ ਰਵਾਂ, ਤਾਂ ਉਹਦੇ ਲਈ ਤਿੰਨ ਡਾਕਟਰਾਂ ਦੀਆਂ 2 ਟੀਮਾਂ ਤਿਆਰ ਕੀਤੀਆਂ ਜਾਂਦੀਆਂ ਨੇ, ਜਿਹੜੀਆਂ ਪੂਰਾ ਮੁਆਇਨਾ ਕਰਦੀਆਂ ਨੇ ਕਿ ਸਾਰੇ ਅੰਗ ਠੀਕ ਨੇ। 6 ਘੰਟੇ ਬਾਅਦ ਫਿਰ ਦੁਬਾਰਾ ਮੁਆਇਨਾ ਕੀਤਾ ਜਾਂਦਾ ਵੱਖੋ ਵੱਖ ਡਾਕਟਰਾਂ ਵੱਲੋਂ। ਜਦੋਂ ਇਹ ਸਾਰੇ ਦੇ ਸਾਰੇ ਡਾਕਟਰਾਂ ਦੀ ਇੱਕੋ ਰਾਏ ਹੋਏ ਕਿ ਹਾਂ ਇਹ ਨਾਰਮਲ ਕਦੇ ਵੀ ਨਹੀਂ ਹੋ ਸਕਦਾ, ਉਸ ਤੋਂ ਬਾਅਦ ਵੀ ਇਹ ਜਦੋਂ ਯਾਨੀ ਸਾਰਾ ਕੁਝ ਹੋ ਗਿਆ, ਪੂਰੇ ਟੱਬਰ ਦੀ ਸਹਿਮਤੀ ਫਿਰ ਵੀ ਹੁੰਦੀ ਹੈ, ਜਿਹਦੇ ਵਿੱਚ ਭਰਾ ਭੈਣ ਉਹਦਾ ਮਾਂ ਪਿਓ ਇਹ ਸਾਰਿਆਂ ਨੇ, ਜੇ ਉਹਦੀ ਵਹੁਟੀ ਹੈ ਤਾਂ ਉਹ, ਇਹ ਸਭ ਨੇ ਫਿਰ ਲਿਖਤੀ ਰੂਪ ਵਿੱਚ ਐਫੀਡੈਵਿਟ ਦੇਣੇ ਹੁੰਦੇ ਨੇ ਕਿ ਹਾਂਜੀ ਤੁਸੀਂ ਇਸ ਦਾ ਲੈ ਸਕਦੇ ਹੋ। ਠੀਕ ਹੈ। ਹੁਣ ਚੀਜ਼ਾਂ ਕੀ ਹੋਰ ਜ਼ਰੂਰੀ ਹੁੰਦੀਆਂ ਨੇ, ਮਿਸਾਲ ਵਜੋਂ ਇੱਕ ਨੌਜਵਾਨ ਦੀ ਮੌਤ ਹੋਈ, ਬਿਲਕੁਲ ਠੀਕ ਸਭ ਕੁਝ, ਪਰ ਉਹ ਡੂੰਘੇ ਨਸ਼ੇ ਵਿੱਚ ਸੀ, ਤਾਂ ਇਹ ਬੋਡੀ ਦਾ ਕੋਈ ਵੀ ਅੰਗ ਦਿੱਤਾ ਨਹੀਂ ਜਾ ਸਕਦਾ ਜੀ, ਕਿਸੇ ਕੰਮ ਦਾ ਹੀ ਨਹੀਂ, ਉਹ ਬਿਲਕੁਲ ਨਕਾਰਾ ਹੁੰਦਾ ਜੀ। ਹੁਣ ਉਹਦੀ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਠੀਕ ਹੋਣੀ ਚਾਹੀਦੀ ਹੈ, ਜਿਵੇਂ ਮੈਂ ਕਿਹਾ ਸਾਰੇ ਅੰਗ ਠੀਕ ਉਹਨਾਂ ਦੇ ਟੈਸਟ ਹੋਣ। ਫਿਰ ਇਸ ਤੋਂ ਬਗੈਰ ਜਿਵੇਂ ਮੈਂ ਦੱਸਿਆ ਕਿ ਕੋਈ ਰੇਬੀਜ਼ ਵਗੈਰਾ ਜਾਂ ਹੋਰ ਕੋਈ ਬਿਮਾਰੀਆਂ ਜਿਵੇਂ ਦੱਸੀਆਂ ਉਹ ਵੀ ਨਾ ਹੋਣ, ਤਾਂ ਮੈਂ ਆਲਰੇਡੀ ਦੱਸ ਚੁੱਕੀ ਹਾਂ, ਇਹ ਬਹੁਤ ਜ਼ਰੂਰੀ ਜੇ ਐਫੀਡੈਵਿਟਸ ਚਾਹੀਦੇ ਨੇ। ਹੁਣ ਇਹਦਾ ਹੁੰਦਾ ਕੀ, ਆਮ ਤੌਰ ਤੇ ਜਿਹੜੇ ਵੀ ਇਸ ਤਰ੍ਹਾਂ ਦੇ ਨੌਜਵਾਨ ਜ਼ਿਆਦਾਤਰ ਜੋ ਮੌਤਾਂ ਹੋ ਰਹੀਆਂ ਨੇ ਐਕਸੀਡੈਂਟਾਂ ਵਿੱਚ, ਉਹ ਬਹੁਤੀ ਵਾਰ ਕੀ ਹੁੰਦਾ ਜੇ ਕਿ ਲੋਕ ਮਾਂ ਪਿਓ ਯਾਨੀ ਇੰਨਾ ਅਫਸੋਸ ਇੰਨਾ ਦੁੱਖ ਵਿੱਚ ਕਿ ਜੇ ਕੋਈ ਗੱਲ ਵੀ ਕਰਦਾ ਕਿ ਕੀ ਤੁਸੀਂ ਇਹਨਾਂ ਦਾ ਦਾਨ ਦੇਣਾ ਚਾਹੁੰਦੇ ਹੋ, ਤਾਂ ਲੋਕ ਗਰਦਨ ਵੱਢਣ ਤੱਕ ਆ ਜਾਂਦੇ ਨੇ। ਬਿਲਕੁਲ, ਉਹ ਕਹਿੰਦੇ ਨੇ ਸਾਡੇ ਅੱਗੇ ਹੀ ਮਰ ਗਿਆ, ਤੁਸੀਂ ਆਪਣੇ ਦਾਨ ਨੂੰ ਪਏ, ਅਸੀਂ ਬਿਲਕੁਲ ਹੱਥ ਨਹੀਂ ਲਾਣਾ। ਇਸ ਇੱਕ ਨਾਂ ਦੇ ਨਾਲ ਕਿੰਨੀਆਂ ਮੌਤਾਂ ਹਰ ਸਾਲ ਹੋ ਰਹੀਆਂ ਨੇ, ਮੈਂ ਉਹ ਵੀ ਜ਼ਰੂਰ ਦੱਸਦੀ ਹਾਂ। ਤੇ ਇੱਕ ਬਹੁਤ ਇੰਪੋਰਟੈਂਟ ਗੱਲ ਕਿ ਅੰਗ ਦਾਨ ਲਈ ਪ੍ਰੇਰਿਤ ਕਰਨਾ ਡਾਕਟਰਾਂ ਦਾ ਕੰਮ ਹੁੰਦਾ ਹੀ ਨਹੀਂ, ਇਹ ਡਾਕਟਰ ਨੇ ਨਹੀਂ ਕਹਿਣਾ ਹੁੰਦਾ। ਇਹਦੇ ਲਈ ਟਰਾਂਸਪਲਾਂਟ ਐਜੂਕੇਟਰ ਹੁੰਦੇ ਨੇ, NGO ਦੇ ਨੁਮਾਇੰਦੇ ਹੁੰਦੇ ਨੇ, ਮੋਟੀਵੇਟਰ ਹੁੰਦੇ ਨੇ, ਉਹੀ ਰਿਸ਼ਤੇਦਾਰਾਂ ਨੂੰ ਅੰਗ ਦਾਨ ਦੀ ਅਹਿਮੀਅਤ ਸਮਝਾਉਂਦੇ ਨੇ। ਯਾਨੀ ਡਾਕਟਰਾਂ ਦਾ ਇਸ ਵਿੱਚ ਉੱਕਾ ਹੀ ਰੋਲ ਨਹੀਂ ਹੈ। ਜਦੋਂ ਸਾਰਾ ਕੁਝ ਇਹ ਫਾਈਨਲ ਹੋ ਜਾਵੇ, ਐਫੀਡੈਵਿਟ ਤੱਕ ਬਣ ਜਾਣ, ਤੁਸੀਂ ਸਮਝ ਸਕਦੇ ਹੋ ਘੰਟੇ 'ਚ ਨਹੀਂ ਤਿਆਰ ਹੋ ਸਕਦੇ, ਟੈਸਟਾਂ ਨੂੰ ਵੀ 4-5 ਦਿਨ ਲੱਗਦੇ ਨੇ। ਬਿਲਕੁਲ। ਸੋ ਇਹ ਚੀਜ਼ ਸਾਰੀ, ਉਹ ਵੀ ਸਾਰਾ ਟੱਬਰ ਰਾਜ਼ੀ ਹੋਵੇ, ਯਾਨੀ ਸਕਾ ਭਰਾ ਜੇ ਅੜ ਗਿਆ ਵੀ ਸਾਰਾ ਬਾਕੀ ਟੱਬਰ ਤਿਆਰ ਹੈ ਤਾਂ ਨਹੀਂ ਦਿੱਤੇ ਜਾ ਸਕਣਗੇ। ਨਹੀਂ ਪਰ ਡਾਕਟਰ ਸਾਹਿਬ ਤੁਸੀਂ ਕਿਹਾ ਸੀ ਕਿ 3 ਘੰਟੇ ਦੇ ਅੰਦਰ ਅੰਦਰ ਜੇ 4-5 ਦਿਨ ਟੈਸਟ ਨੂੰ ਹੀ ਲੱਗ ਜਾਂਦੇ ਨੇ, ਤੇ ਫਿਰ ਉਹ ਪੋਸੀਬਲ ਕਿਵੇਂ ਹੈ ਇਹ ਸਾਰਾ ਪ੍ਰੋਸੈਸ? ਦੇਖੋ, ਉਹ ਪੇਸ਼ੈਂਟ ਮਰ ਚੁੱਕਿਆ ਸੀ ਜਿਹੜਾ ਪਹਿਲੀ ਦੀ ਗੱਲ ਕੀਤੀ ਸੀ ਜੀ, ਇਹ ਜਿਉਂਦਾ ਜੇ। ਅੱਛਾ, ਜਿਉਂਦੇ ਦੀ, ਠੀਕ ਹੈ ਜੀ। ਇਹ ਆਪਾਂ ਜਿਉਂਦੇ ਦੀ, ਜਿਹਦਾ ਕਿ ਸਿਰਫ ਵੈਂਟੀਲੇਟਰ ਸਦਕਾ ਜਿਉਂਦਾ, ਅਸਲ ਵਿੱਚ ਉਹ ਮਰ ਚੁੱਕਿਆ ਹੋਇਆ ਕਿ ਵੈਂਟੀਲੇਟਰ ਤੋਂ ਕੱਢਾਂਗੇ ਤੇ ਉਸੇ ਵੇਲੇ ਮਰ ਜਾਏਗਾ। ਉਹਨੂੰ ਵੈਂਟੀਲੇਟਰ ਤੇ ਹੀ 3-4 ਦਿਨ ਰੱਖਿਆ ਜਾਂਦਾ ਕਿ ਸਾਰੇ ਅੰਗ ਠੀਕ ਨੇ, ਕ੍ਰਾਸ ਮੈਚਿੰਗ ਜਿਸ ਨੂੰ ਲੱਗਣੀ ਹੈ ਉਹਨੂੰ, ਉਹਦੀ ਸਾਰੀ ਟੈਸਟਿੰਗ ਹੋਈ ਹੈ, ਉਹਦੇ ਨਾਲ ਮੈਚ ਕਰ ਗਿਆ ਤਾਂ ਹੀ ਉਹ ਅੰਗ ਕੱਢਿਆ ਜਾਏਗਾ। ਤੇ ਜੇ ਮੈਚਿੰਗ ਹੀ ਨਹੀਂ ਹੁੰਦੀ ਫਿਰ ਦੂਸਰੇ ਕਿਸੇ ਹੋਰ ਨਾਲ, ਤੀਸਰੇ, ਕਿਉਂਕਿ ਉਹ ਲਿਸਟ ਸੈਂਟਰਲ ਗਵਰਨਮੈਂਟ ਦੇ ਕੋਲ ਹੁੰਦੀ ਜੇ, ਲਾਈਨ ਵਾਈਜ਼ ਚੱਲਦੀ ਜੇ ਆਨਲਾਈਨ, ਕਿਸ ਨੂੰ ਕਿਹੜਾ ਅੰਗ ਚਾਹੀਦਾ, ਕਿਸ ਥਾਂ ਦਾ ਹੈ। ਹੁਣ ਫਰਜ਼ ਕਰੋ ਨਾਗਪੁਰ 'ਚ ਕੋਈ ਬੰਦਾ ਬੈਠਾ ਜਿਹਨੂੰ ਦਿਲ ਦਾ ਲੱਗਣਾ, ਇਹ ਦਿਲ ਨੇ ਨਾਗਪੁਰ ਜੇ ਪਹੁੰਚਣਾ, ਜਦੋਂ ਕੱਢ ਲਿਆ ਤਾਂ ਕੱਢਣ ਦੇ 3 ਘੰਟੇ 'ਚ ਉਹਨੇ ਪਹੁੰਚਣਾ, ਤਾਂ ਸਿਰਫ 에ਅਰ ਲਿਫਟ ਹੋ ਸਕਦਾ ਨਾ। ਬਿਲਕੁਲ। ਸੋ ਉਦੋਂ ਤੱਕ ਉਹਦੇ ਉੱਧਰ ਟੈਸਟ 3-4 ਦਿਨ ਹੋ ਗਏ, ਇੱਧਰ ਵੀ 3-4 ਦਿਨ 'ਚ ਟੈਸਟ ਕਰ ਲਏ, ਫਿਰ ਜਦੋਂ ਲੱਗਣਾ ਇਹਦਾ ਦਿਲ ਕੱਢਿਆ ਤਾਂ ਇਹਨੂੰ ਪਹੁੰਚਾਉਣ ਵਿੱਚ ਤੁਸੀਂ ਸਮਝੋ ਕਿ ਉਹ ਸਾਰੇ ਦਾ ਰਿਸ਼ਤੇਦਾਰੀ, ਪੂਰੀ ਟੱਬਰ ਜਿਹੜਾ ਉੱਥੇ ਦੇਖ ਰਿਹਾ ਕਿ ਸਾਡਾ ਬੱਚਾ ਨਹੀਂ ਰਿਹਾ, ਉਹਦਾ ਦਿਲ ਕੱਢ ਲਿਆ ਗਿਆ, ਇਹ ਖਤਮ ਹੋ ਗਿਆ, ਤੇ ਜੇ ਅਗਲੇ ਦੇ ਵੀ ਕੰਮ ਨਾ ਆਵੇ ਤਾਂ ਤੁਸੀਂ ਸਮਝ ਸਕਦੇ ਹੋ ਕਿੰਨਾ ਭਾਰੀ, ਯਾਨੀ ਉਹ ਵੀ ਮਰੇਗਾ, ਉਹਦੇ ਰਿਸ਼ਤੇਦਾਰ ਵੀ ਔਖੇ, ਇੱਧਰੋਂ ਵੀ ਸਾਰੇ ਔਖੇ। ਤੇ ਇਹ ਚੀਜ਼ ਹੋ ਨਹੀਂ ਸਕਦੀ। ਉਹਦਾ ਮਤਲਬ ਹੈ ਜਦੋਂ ਵੀ ਦਿਲ ਕੱਢਣਾ ਇੱਕ ਮੇਜਰ ਥਾਂ ਤੇ, ਮੇਜਰ ਆਪਰੇਸ਼ਨ ਹੈ ਜਿਹੜਾ ਕਿ ਪੰਜਾਬ ਪੂਰੇ 'ਚ ਹੁੰਦਾ ਹੀ ਨਹੀਂ ਜੀ, ਸੈਂਟਰ ਹੁੰਦੇ ਨੇ। ਬਿਲਕੁਲ ਡਾਕਟਰ ਸਾਹਿਬ, ਪੰਜਾਬ ਲਿਜਾਣ ਲਈ ਇੱਕ ਯਾਨੀ ਹੈਲੀਕਾਪਟਰ ਤਿਆਰ ਖੜਾ ਹੋਏਗਾ, ਜਿਹੜਾ ਉਹਨੂੰ ਉਹ ਜਦੋਂ ਉੱਥੇ ਆਪਰੇਸ਼ਨ ਟੇਬਲ ਤੇ ਪੈ ਜਾਏਗਾ, ਇੱਧਰੋਂ ਕੱਢ ਲਿਆ ਤੇ ਉਹ ਨਾਲ ਦੀ ਨਾਲ ਇੱਥੋਂ ਕੱਢਦੇ ਸਾਰ ਉਹ ਸਟਾਰਟ ਕਰਕੇ ਖੜਾ ਹੋਏਗਾ ਹੈਲੀਕਾਪਟਰ, ਤਾਂ ਹੀ ਦਿਲ ਕੱਢਿਆ ਜਾਂਦਾ ਜੇ। ਇਮੀਡੀਏਟਲੀ ਟ੍ਰਾਂਸਫਰ ਹੋਣਾ, ਜਿਹੜਾ ਸਿੱਧਾ ਉੱਥੇ ਆਪਰੇਸ਼ਨ ਥੀਏਟਰ 'ਚ ਪਹੁੰਚੇਗਾ, ਰਸਤੇ 'ਚ ਰੁਕ ਨਹੀਂ ਸਕਦੇ। ਬਿਲਕੁਲ, ਯਾਨੀ ਕਿ ਬਹੁਤ ਹੀ ਕ੍ਰੂਸ਼ਲ ਹੈ ਇਹ ਸਾਰਾ ਜਿਹੜਾ ਪ੍ਰੋਸੈਸ ਹੈ। ਸੋ ਡਾਕਟਰ ਸਾਹਿਬ, ਜੇ ਆਪਾਂ ਇਕੱਲੇ ਪੰਜਾਬ ਦੀ ਗੱਲ ਕਰ ਲਈਏ
ਤਾਂ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਤਾਂ ਹਾਲੇ ਹੈ ਹੀ ਨਹੀਂ, ਮਤਲਬ ਸਿਸਟਮ ਹੈ ਹੀ ਨਹੀਂ ਹੈ, ਔਰ ਜਾਂ ਕਾਨੂੰਨ ਹੀ ਨਹੀਂ ਬਣਿਆ ਹੋਇਆ। ਕੀ ਤੁਹਾਡਾ ਇਹ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਔਰਗਨ ਟਰਾਂਸਪਲਾਂਟੇਸ਼ਨ ਹੁੰਦੀ ਹੀ ਨਹੀਂ? ਦੇਖੋ, ਅੰਗਦਾਨ ਲਈ ਆਰਗੇਨਾਈਜੇਸ਼ਨਸ ਬਣੀਆਂ ਨੇ। ਇੱਕ ਨੋਟੋ ਹੈ, ਜੀ। NOTTO, ਇਸੇ ਤਰ੍ਹਾਂ ਇੱਕ ਰੋਟੋ ਹੈ ਜੋ ਰੀਜਨਲ ਹੈ, ਨੋਟੋ ਨੈਸ਼ਨਲ ਲੈਵਲ ਤੇ ਹੈ, ਸੋਟੋ ਹੈ ਸਟੇਟ ਲੈਵਲ ਦੀ। ਜੀ। ਇਹ ਵੱਖੋ ਵੱਖਰੀਆਂ ਆਰਗੇਨਾਈਜੇਸ਼ਨ ਸਾਡੇ, ਮਤਲਬ ਇੱਕ ਤਾਂ ਨੈਸ਼ਨਲ ਤਾਂ ਇੰਡੀਆ ਦੀ ਹੈ, ਰੀਜਨਲ ਜੋ ਖੇਤਰ ਨੇ ਕਿ ਆਏ ਨਾਰਥ ਦੀ ਹੈ, ਵੈਸਟ ਦੀ ਹੈ, ਸਾਊਥ ਦੀ ਹੈ, ਈਸਟ ਵਾਲੇ ਪੂਰੇ ਰੀਜਨ ਦੀ ਹੈ। ਜੀ ਜੀ। ਇਸੇ ਤਰ੍ਹਾਂ ਫਿਰ ਸਟੇਟ ਲੈਵਲ ਦੀਆਂ ਆ ਜਾਂਦੀਆਂ ਨੇ। ਨੈਸ਼ਨਲ ਪੱਧਰ ਉੱਤੇ ਆਰਗੇਨਾਈਜੇਸ਼ਨ ਦਾ ਕੰਮ ਹੁੰਦਾ ਰਿਕਾਰਡ ਰੱਖਣਾ ਆਨਲਾਈਨ, ਜੋ ਪੂਰੇ ਇੰਡੀਆ ਦੇ ਜਿਹੜੇ ਕੇਸ ਜਿਨ੍ਹਾਂ ਨੂੰ ਵੱਖੋ ਵੱਖ, ਜਿਹਨੇ ਕਿਸੇ ਨੂੰ ਚਮੜੀ ਚਾਹੀਦੀ ਹੈ, ਕਿਸੇ ਨੂੰ ਦਿਲ, ਕਿਸੇ ਨੂੰ ਜਿਗਰ, ਕਿਸੇ ਨੂੰ ਕਿਡਨੀ, ਉਹ ਅਲੱਗ-ਅਲੱਗ ਚੀਜ਼ਾਂ ਦੇ ਹਿਸਾਬ ਨਾਲ ਉਹਨਾਂ ਦੀ ਲਿਸਟ ਬਣੀ ਹੁੰਦੀ ਜੇ, ਉਹ ਆਨਲਾਈਨ ਹੈ, ਤੁਸੀਂ ਦੇਖ ਸਕਦੇ ਹੋ ਜੀ। ਅੱਗੋਂ ਜਦੋਂ ਰੀਜਨਲ ਆ ਜਾਂਦਾ ਤਾਂ ਉਹਦੇ ਵਿੱਚ ਅੰਗ ਬਦਲਣ ਲਈ ਹਸਪਤਾਲ ਰਾਖਵੇਂ ਕੀਤੇ ਹੁੰਦੇ ਨੇ, ਜਿਵੇਂ ਪੰਜਾਬ ਦੇ ਨੇੜੇ ਇੱਕ ਚੰਡੀਗੜ੍ਹ PGI ਵਿੱਚ, ਜੀ। PGI ਤੋਂ ਅੱਗੇ ਸਿਰਫ ਇੱਕ ਦਿੱਲੀ ਵਿੱਚ। ਇਹਨਾਂ ਥਾਵਾਂ ਤੇ ਵੀ ਜ਼ਰੂਰੀ ਨਹੀਂ ਹੈ ਕਿ ਸਾਰੇ ਦੇ ਸਾਰੇ ਅੰਗ ਬਦਲੇ ਜਾ ਸਕਦੇ ਹੋਣ। ਕੁਝ ਤੁਹਾਨੂੰ ਸ਼ਾਇਦ ਮਦਰਾਸ 'ਚ ਜਾਣਾ ਪਵੇ, ਕੁਝ ਅੱਗੇ ਹੋਰ ਥਾਵਾਂ ਤੇ ਜਾਣਾ ਪਵੇ, ਤੇ ਇਸ ਤਰ੍ਹਾਂ ਦੀ ਵੀ ਯਾਨੀ ਸਾਨੂੰ ਦੇਖਣਾ ਪੈਂਦਾ ਕਿ ਕਿਹੜੀ ਤਰ੍ਹਾਂ ਦਾ ਸਪੈਸ਼ਲਿਸਟ ਡਾਕਟਰ ਕਿਹੜੀ ਥਾਂ ਤੇ ਉਹ ਕਰ ਸਕਦਾ। ਠੀਕ ਹੈ। ਪ੍ਰਾਈਵੇਟ ਹਸਪੀਟਲਸ ਵੀ ਵੱਡੇ ਮੇਜਰ ਨੇ ਜਿਹੜੇ ਇਹ ਚੀਜ਼ ਕਰ ਸਕਦੇ ਨੇ, ਜਿਨ੍ਹਾਂ ਵਿੱਚ ਫੋਰਟਿਸ ਹੈ, ਮੈਕਸ ਹੈ, ਅਪੋਲੋ ਹੈ। ਉਹ ਮੈਂ ਜ਼ਿਕਰ ਕਰਦੇ ਹਾਂ, ਸਾਡੇ ਇੱਥੇ ਅਜੇ ਪੰਜਾਬ ਵਿੱਚ ਇਸ ਤਰ੍ਹਾਂ ਦੀ ਚੀਜ਼ ਸ਼ੁਰੂ ਹੋਈ ਸੀ, ਪਰ ਹਾਲ ਦੀ ਘੜੀ ਰੋਕ ਦਿੱਤੀ ਗਈ ਤਾਂ ਕਿ ਕਰੋਨਾ ਕਰਕੇ, ਕਿਉਂਕਿ ਇਹ ਬਹੁਤ ਮੇਜਰ ਹੈ ਕਿ ਜਿਹਨੂੰ ਕਿਡਨੀ ਲੱਗਣੀ ਹੈ ਜਾਂ ਅੰਤੜੀਆਂ ਲੱਗਣੀਆਂ, ਤੇ ਉਹ ਜੇ ਅਸੀਂ ਉਹਨੂੰ ਕਰੋਨਾ ਦੇ ਦੌਰਾਨ ਕੋਈ ਟਰਾਂਸਪਲਾਂਟ ਕਰਦੇ ਹਾਂ ਤੇ ਉਹ ਕਰੋਨਾ ਦਾ ਜੇ ਰੱਤੀ ਮਾਸਾ ਅੰਸ਼ ਵੀ ਚਲਾ ਜਾਏ ਤਾਂ ਇੱਕ ਤਾਂ ਮੋਇਆ ਹੀ, ਦੂਜੇ ਪਾਸੇ ਵੀ ਅਸੀਂ ਉਹਨੂੰ ਵੀ ਮਾਰ ਦਿਆਂਗੇ। ਜੀ। ਯਾਨੀ ਕਿ ਕਰੋਨਾ ਕਾਰਨ ਇਹ ਚੀਜ਼ਾਂ ਜੋ ਪਹਿਲਾਂ 300 ਟਰਾਂਸਪਲਾਂਟ ਹੁੰਦੇ ਸਨ ਮਹੀਨੇ ਦੇ, ਉਹ ਹੁਣ ਘਟ ਕੇ 8 ਤੋਂ 10 ਸਿਰਫ ਰਹਿ ਗਏ। ਉਹ ਵੀ ਉਹਨਾਂ 'ਚ ਜਿਨ੍ਹਾਂ 'ਚ ਪਹਿਲਾਂ ਟਰਾਂਸਪਲਾਂਟ ਰਿਜੈਕਸ਼ਨ ਹੋ ਗਈ ਜਾਂ ਬਿਲਕੁਲ ਮੌਤ ਦੇ ਮੂੰਹ ਜੋ ਪਹੁੰਚ ਰਹੇ ਨੇ, ਉਹਨਾਂ ਤੋਂ ਬਗੈਰ ਇਹ ਨਹੀਂ ਹੋ ਰਿਹਾ। ਤੇ ਸਰਕਾਰੀ ਹਸਪਤਾਲ ਕਿਸੇ ਵਿੱਚ ਵੀ, ਮੈਨੂੰ ਅਫਸੋਸ ਨਾਲ ਹੀ ਕਹਿਣਾ ਪੈ ਰਿਹਾ ਕਿ ਪੰਜਾਬ ਦੇ ਇੱਕ ਵੀ ਸਰਕਾਰੀ ਹਸਪੀਟਲ, ਮੈਡੀਕਲ ਕਾਲਜ ਵਿੱਚ ਆਰਗਨ ਟਰਾਂਸਪਲਾਂਟੇਸ਼ਨ ਦਾ ਕੁਝ ਵੀ ਕੰਮ ਹੈ ਹੀ ਨਹੀਂ। ਯਾਨੀ ਕਿ ਉੱਥੇ ਪ੍ਰਬੰਧ ਹੈ ਹੀ ਨਹੀਂ। ਤੇ ਜਿਹੜਾ ਇਹ ਫਿਰ ਜਿੱਦਾਂ ਪਿੰਡ ਪੱਧਰ ਦੇ ਉੱਤੇ ਡਾਕਟਰ ਸਾਹਿਬ ਰੌਲਾ ਪਿਆ ਹੋਇਆ, ਜੇ ਆਪਾਂ ਇੱਕ ਮਤਲਬ ਤਕਨੀਕੀ ਤੌਰ ਤੇ ਪੱਖ ਦੇਖ ਲਈਏ, ਤਾਂ ਜੇ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਸਰਕਾਰੀ ਕਾਲਜ ਵਿੱਚ ਵੀ ਇਹਦਾ ਪ੍ਰਬੰਧ ਨਹੀਂ ਹੈਗਾ, ਕਿਉਂਕਿ ਬੜਾ ਔਖਾ ਪ੍ਰੋਸੈਸ ਹੈ ਤੇ ਬੜੇ ਪ੍ਰਬੰਧ ਦੀ ਲੋੜ ਹੈ, ਤਾਂ ਫਿਰ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਕਸਬਿਆਂ 'ਚ ਨਿੱਕੇ ਜਿਹੜੇ ਸਿਹਤ ਕੇਂਦਰ ਨੇ, ਉੱਥੇ ਤਾਂ ਪੋਸੀਬਲ ਹੋ ਹੀ ਨਹੀਂ ਸਕਦਾ। ਜੀ ਬਿਲਕੁਲ, ਕਿਉਂਕਿ ਦੇਖੋ ਜੇ ਆਪਾਂ ਇਹ ਸੋਚਦੇ ਹਾਂ, ਮੈਂ ਕਿਸੇ ਦੇ ਵੀ ਯਾਨੀ ਮੈਨੂੰ ਅਫਵਾਹ ਜਾਂ ਜੋ ਵੀ ਮਰਜ਼ੀ ਕਹਿ ਲਓ, ਇਹਨੂੰ ਆਪਾਂ ਦੇਖੋ ਕਿਸੇ ਆਧਾਰ ਉੱਤੇ ਸ਼ੁਰੂ ਕਰਨ ਲਈ ਦੇਖੀਏ ਕਿ ਕੀ ਪੰਜਾਬ ਦੇ ਇੱਕ ਵੀ ਕਿਸੇ ਬੰਦੇ ਨੂੰ, ਜਾਂ ਪੰਜਾਬੋਂ ਬਾਹਰ ਜੋ ਕਿ ਆਨਲਾਈਨ ਹੈ ਵੀ ਸਾਰੇ ਮਰੀਜ਼ਾਂ ਦੀ ਲਿਸਟ ਪਈ ਹੈ, ਕਿ ਕਿਸੇ ਇੱਕ ਨੂੰ ਵੀ ਅਜੇ ਅੰਗ ਦਿੱਤਾ ਗਿਆ। ਤੇ ਜੇ ਦਿੱਤਾ ਨਹੀਂ ਗਿਆ ਤਾਂ ਮੈਨੂੰ ਸਮਝੋ ਕੋਈ ਕੋਲਡ ਸਟੋਰੇਜ ਵਿੱਚ ਜਮ੍ਹਾਂ ਨਹੀਂ ਹੋ ਸਕਦਾ ਕਿ 10 ਸਾਲ ਪਏ ਰਹਿਣਗੇ ਫੇਰ ਲੱਗ ਜਾਣਗੇ। ਮੈਂ ਤੁਹਾਨੂੰ ਸਮਝਾ ਰਹੀ ਹਾਂ ਕਿ ਇਹਨਾਂ ਨੂੰ ਤਾਂ ਤੁਸੀਂ ਇਮੀਡੀਏਟਲੀ ਕੁਝ ਘੰਟਿਆਂ ਦੇ ਵਿੱਚ ਹੀ ਲਾਣਾ ਹੁੰਦਾ, ਜੇ ਨਹੀਂ ਲਾਓਗੇ ਤਾਂ ਉਹ ਅੰਗ ਹੀ ਖਰਾਬ ਹੋ ਜਾਣਾ। ਤੇ ਜੇ ਕਿਤੇ ਖੁਦਾ ਨਾ ਖਾਸਤਾ ਫਿਰ ਉਹ ਕਰੋਨਾ ਵਰਗੀ ਬਿਮਾਰੀ ਤਾਂ ਮਤਲਬ ਹੀ ਨਹੀਂ ਕਿ ਇਹ ਅੰਗ ਲੱਗ ਜਾਵੇ। ਸਿਹਤਮੰਦ ਵਿਅਕਤੀ ਦੇ ਅੰਗ ਨੇ ਜਿਹੜੇ ਉਹ ਲੈ ਜਾ ਸਕਦੇ। ਇਮਿਊਨੋਲੋਜਿਸਟ ਚਾਹੀਦਾ, ਸਰਜਨ ਚਾਹੀਦਾ, ਐਨਸਥੀਸੀਆ ਦਾ, ਮੈਡੀਸਿਨ ਦਾ, ਹੀਮੇਟੋਲੋਜਿਸਟ, ਪੈਥੋਲੋਜਿਸਟ, ਇਹ 12 ਡਾਕਟਰਾਂ ਦੀ ਟੀਮ ਹੁੰਦੀ ਜੇ ਜਿਹਨੇ ਸਿਰਫ ਤੇ ਸਿਰਫ ਮੈਚਿੰਗ ਹੀ ਕਰਨੀ ਹੈ। ਯਾਨੀ ਜਿਹਨੇ ਅੰਗ ਦਾ ਦੂਜੇ ਨਾਲ ਮਿਲਾਣਾ ਹੀ ਹੈ। ਉਧਰੋਂ ਦੂਜੀ ਟੀਮ ਤਿਆਰ ਕਰ ਰਹੀ ਹੋਏਗੀ ਜਿਹਨੂੰ ਥੀਏਟਰ 'ਚ ਪਾਇਆ, ਉਹ ਨੈਸ਼ਨਲ ਲੈਵਲ ਤੇ ਉਹ ਜਿਹੜਾ ਆਨਲਾਈਨ ਇੱਕ ਬੰਦੇ ਦਾ ਕੰਪੇਅਰ ਹੋ ਜਾਏਗਾ ਵੀ ਆਹ ਲਿਸਟ 'ਚੋਂ ਬਾਹਰ ਹੋ ਗਿਆ, ਇਹਨੂੰ ਫਲਾਣੀ ਥਾਂ ਦੇ ਬੰਦੇ ਦਾ ਅੰਗ ਆਇਆ, ਉਹ ਪੂਰਾ ਰਿਕਾਰਡ ਹੁੰਦਾ ਜੀ। ਯਾਨੀ ਕਿ ਜਿੱਦਾਂ ਬਲੱਡ ਮੈਚ ਕੀਤਾ ਜਾਂਦਾ ਹੈ। ਇਹਦੇ ਵਿੱਚ 99.9% ਕਦੇ ਲਾਈਨ ਉੱਪਰ ਥੱਲੇ ਟਪਾਈ ਨਹੀਂ ਜਾਂਦੀ, ਉਸੇ ਸੀਕੁਐਂਸ ਹੁੰਦੀ ਹੈ, ਅਨਲੈਸ ਕਿ ਕੋਈ ਰਿਜੈਕਸ਼ਨ ਹੋ ਜਾਏ ਜਾਂ ਇਮੀਡੀਏਟਲੀ ਜਿਸ ਦੀ ਡੈਥ ਦੀ ਹੋਵੇ ਕਿ ਚੱਲਿਆ ਹੀ ਆ, ਮਾਰੀ ਚੱਲਿਆ, ਇਹਨੂੰ ਇਮੀਡੀਏਟਲੀ ਚਾਹੀਦਾ, ਤਾਂ ਹੀ ਉਹ ਲਾਈਨ ਉੱਪਰ ਕੀਤੀ ਜਾਂਦੀ ਹੈ। ਵਰਨਾ
ਲੱਖਾਂ ਜੋ ਥੱਲੇ ਲੋੜਵੰਦ ਨੇ ਉਹ ਥੱਲੇ ਲਾਈਨ 'ਚ ਹੀ ਮਰ ਜਾਂਦੇ ਨੇ। ਜੀ ਜਿਵੇਂ ਮਿਸਾਲ ਵਜੋਂ ਸਾਡੇ 2 ਸੈਂਟਰ ਦੇ ਨਾਮਵਰ ਮੰਤਰੀਆਂ ਨੂੰ ਦਿੱਤੇ ਗਏ ਗੁਰਦੇ, ਜੀ ਵਾਰੀ ਟਪਾ ਕੇ ਦਿੱਤੇ ਗਏ, ਪਰ ਕੁਦਰਤ ਬੇਮਿਸਾਲ ਏ, ਉਹਨੇ ਫੇਰ ਵੀ ਉਹਨਾਂ ਦਾ ਨੰਬਰ ਲਾ ਹੀ ਦਿੱਤਾ ਵੀ ਤੁਸੀਂ ਰਸੂਖਵਾਨ ਹੋਵੋਗੇ, ਵਕਤ ਤੋਂ ਪਹਿਲਾਂ ਲੈ ਵੀ ਲਏ ਹੋਣਗੇ, ਪਰ ਭਾਈ ਸਾਹਿਬ ਸਾਹ ਓਨੇ ਹੀ ਮਿਲਣੇ ਜੇ ਜਿਹੜੇ ਅਸੀਂ ਦਿੱਤੇ ਨੇ। ਸੋ ਇਸ ਚੀਜ਼ ਦਾ ਖਿਆਲ ਜੇ ਆ ਜਾਵੇ ਤਾਂ ਇਹ ਪੈਸਾ ਤੇ ਰਸੂਖ ਮੇਰਾ ਖਿਆਲ ਹੈ ਕਿਤੇ ਨਾ ਕਿਤੇ ਜ਼ਰੂਰ ਖਤਮ ਹੋਏਗਾ, ਕਿਉਂਕਿ ਜੋ ਕਾਨੂੰਨ ਜਿਵੇਂ ਮੈਂ ਦੱਸਿਆ ਸੀ ਲੇਟੈਸਟ, ਮੈਂ ਥੋੜਾ ਜਿਹਾ ਦੱਸ ਦੇਵਾਂ ਕਿ ਕਾਨੂੰਨ ਮੁਤਾਬਕ ਅੰਗ ਹੁਣ ਸਿਰਫ ਰਿਸ਼ਤੇਦਾਰੀ ਵਿੱਚ ਹੀ ਦਿੱਤੇ ਜਾ ਸਕਦੇ ਨੇ। ਮਿਸਾਲ ਵਜੋਂ ਯਾਨੀ ਕੋਈ ਵੀ ਤੁਰਦੇ ਫਿਰਦੇ ਦਾ, ਜੋ ਕਿ ਪਹਿਲਾਂ ਮੈਂ ਦੱਸਿਆ ਕਿ ਕਿਸੇ ਰਿਕਸ਼ੇ ਵਾਲੇ ਤੋਂ ਲੈ ਲਿਆ, ਕਿਸੇ ਦੇ ਤੋਂ ਕਰ ਲਿਆ, ਏਦਾਂ ਹੁੰਦਾ ਰਿਹਾ, ਪਰ ਹੁਣ ਦਾ ਕਾਨੂੰਨ ਕਾਫੀ ਸਖਤ ਹੈ, ਜਿਹਦੇ ਵਿੱਚ ਪਤਨੀ ਦਾ ਪਤੀ ਨੂੰ ਜਾਂ ਪਿਤਾ ਦਾ ਪੁੱਤਰ ਨੂੰ, ਪੋਤਰੇ ਦੋਤਰੇ ਦਾ ਵੀ ਨਹੀਂ ਲੈ ਸਕਦੇ, ਇਸ ਤਰ੍ਹਾਂ ਦਾ। ਅੱਛਾ ਜੀ। ਪਰ ਜੇ ਕਿਤੇ 2 ਟੱਬਰ ਇੱਕੋ ਵੇਲੇ, ਮਿਸਾਲ ਵਜੋਂ ਇੱਕ ਹਸਬੈਂਡ ਵਾਈਫ ਇਹ ਨੇ, ਇੱਕ ਦੂਜੇ ਕਿਸੇ ਹੋਰ ਟੱਬਰ 'ਚ, ਪਰ ਉਹਨਾਂ ਦਾ ਯਾਨੀ ਆਪਣੀ ਵਾਈਫ ਦਾ ਨਹੀਂ ਮੈਚ ਕਰ ਰਿਹਾ, ਦੋਨਾਂ ਦਾ ਹੀ, ਤੋ ਜੇ ਦੋਨਾਂ ਨੂੰ ਗੁਰਦੇ ਦੀ ਲੋੜ ਹੈ ਤਾਂ ਉਹਨਾਂ ਦੀਆਂ ਵਾਈਫ ਦਾ ਜੇ ਕ੍ਰਾਸ ਮੈਚਿੰਗ ਇੱਕ ਦੂਜੇ ਦੇ ਹਸਬੈਂਡ ਨਾਲ ਹੋ ਜਾਂਦਾ ਤਾਂ ਇਹਨੂੰ ਸਵੈਪ ਟ੍ਰਾਂਸਪਲਾਂਟ ਕਹਿੰਦੇ ਨੇ। ਯਾਨੀ ਉਹ ਪਤਨੀ ਦੂਸਰੇ ਦੇ ਪਤੀ ਨੂੰ ਆਪਣਾ ਗੁਰਦਾ ਦੇ ਸਕਦੀ ਹੈ ਤੇ ਉਹਦੀ ਪਤਨੀ ਇਹਦੇ ਆਪਣੇ ਪਤੀ ਨੂੰ ਗੁਰਦਾ ਦੇਵੇਗੀ। ਇਹਦੇ ਵਾਸਤੇ ਵੀ ਇੱਕ ਸੂਬਾ ਪੱਧਰੀ ਸਟੇਟ ਟ੍ਰਾਂਸਪਲਾਂਟ ਕਮੇਟੀ ਬੈਠਦੀ ਹੈ, ਜਿਸ ਵਿੱਚ 7 ਬੰਦੇ ਸ਼ਾਮਲ ਹੁੰਦੇ ਨੇ। ਇਸ ਵਿੱਚ ਪੁਲਿਸ, ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਦੇ ਬੰਦੇ, ਡਾਕਟਰ, ਡਾਇਰੈਕਟਰ, ਕੈਮਰਾਮੈਨ, ਪੂਰੀ ਮੀਟਿੰਗ ਦੀ ਵੀਡੀਓ ਬਣਦੀ ਹੈ ਤੇ ਦੋਵਾਂ ਪਾਸਿਆਂ ਦੇ ਰਿਸ਼ਤੇਦਾਰ ਉਹਦੇ ਵਿੱਚ ਬੈਠ ਕੇ ਐਫੀਡੈਵਿਟ ਦਿੰਦੇ ਨੇ। ਜੀ ਹੁਣ ਇਹ ਰਿਸ਼ਤੇਦਾਰੀ ਵਿੱਚ ਮਾਪੇ, ਬੱਚੇ, ਦਾਦਾ ਦਾਦੀ, ਨਾਨਾ ਨਾਨੀ, ਭਰਾ ਭੈਣਾਂ ਦੀ ਤਾਂ ਹੈ ਹੀ, ਪਰ ਤੁਸੀਂ ਹੈਰਾਨ ਹੋਗੇ ਕਿ ਜੇ ਕੋਈ ਰਿਸ਼ਤੇਦਾਰ ਵਤਨੋਂ ਪਾਰ ਰਹਿੰਦਾ ਹੈ ਤਾਂ ਉਹ ਐਮਬੈਸੀ ਸਰਟੀਫਿਕੇਟ ਲੈ ਕੇ ਦਿੰਦੀ ਹੈ ਵੀ ਇਹ ਕੋਈ ਉਹਨੂੰ ਅਸਹਿਮਤੀ ਨਹੀਂ ਹੈ। ਠੀਕ ਹੈ। ਯਾਨੀ ਇਹ ਪੂਰੀ ਬਕਾਇਦਾ ਜੇ ਕਿਸੇ ਜ਼ਿੰਦਾ ਬੰਦੇ ਤੋਂ ਇੱਕ ਗੁਰਦਾ ਲੈਣਾ ਇੱਕੋ ਦਾ ਹੈ ਤਾਂ ਇਹ ਸਿਸਟਮ ਜੇ ਕਿਸੇ ਇਸ ਤੋਂ ਬਗੈਰ ਮਤਲਬ ਹੀ ਨਹੀਂ ਕਿ ਕੋਈ ਗੁਰਦਾ ਲੈ ਸਕੇ। ਜੀ ਬਿਲਕੁਲ। ਸੋ ਡਾਕਟਰ ਸਾਹਿਬ ਇੱਕ ਇਹੋ ਜਿਹੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ। ਇਹਦੇ ਵਿੱਚ ਵੀ ਇੱਕ ਹੋਰ ਕਮਾਲ ਦੀ ਚੀਜ਼ ਵੇਖੋ ਕਿ ਜਿਹੜੇ ਨਾਮਵਰ ਵਡਾਲੀ ਪ੍ਰਾਸ਼ਦ, ਤੁਸੀਂ ਨਾਂ ਸੁਣਿਆ ਹੋਏਗਾ। ਹਾਂਜੀ ਹਾਂਜੀ ਡਾਕਟਰ ਸਾਹਿਬ, ਬਿਲਕੁਲ। ਉਹਨਾਂ ਦੇ ਵੱਡੇ ਭਰਾ ਦੀ ਮੌਤ ਬਾਰੇ ਤੁਸੀਂ ਸੁਣਿਆ ਹੋਏਗਾ। ਤਾਂ ਕਾਰਨ ਸੀ ਕਿ ਉਹਨਾਂ ਨੂੰ ਗੁਰਦੇ ਦੀ ਲੋੜ ਸੀ, ਆਪਣੇ ਟੱਬਰ ਚੋਂ ਕੋਈ ਦੇਣ ਨੂੰ ਤਿਆਰ ਨਹੀਂ ਸੀ, ਨੌਕਰ ਤਿਆਰ ਸੀ ਜੀ। ਤਾਂ ਉਹਦਾ ਕਿਉਂਕਿ ਕਾਨੂੰਨਨ ਲਹੂ ਦਾ ਰਿਸ਼ਤਾ ਨਹੀਂ ਸੀ, ਗੁਰਦਾ ਖਰੀਦਣ ਉੱਤੇ ਸਖਤ ਰੋਕ ਕੇ ਉਹਨਾਂ ਦਾ ਕੇਸ ਰਿਜੈਕਟ ਹੋਇਆ, ਉਹਨਾਂ ਦੀ ਮੌਤ ਵੀ ਹੋਈ। ਸਿਰਫ ਇੱਕ ਗੁਰਦਾ ਨਾ ਮਿਲਣ ਕਾਰਨ ਉਹ ਇੰਨਾ ਨਾਮਵਰ ਸ਼ਖਸ ਨਾ ਬਚਿਆ। ਕਾਰਨ ਸਿਰਫ ਇਹ ਕਿ ਇੰਨੇ ਸਖਤ ਕਾਨੂੰਨ ਨੇ ਜਿਸ ਦੇ ਆਪਰੇਸ਼ਨ ਉੱਤੇ 15 ਤੋਂ 20 ਲੱਖ ਰੁਪਏ ਲੱਗ ਜਾਂਦੇ ਨੇ, ਪਰ ਜੇ ਰਿਸ਼ਤੇਦਾਰੀ ਨਹੀਂ ਹੈ ਤਾਂ ਕਿਸੇ ਵੀ ਹਾਲ ਵਿੱਚ ਜਿਉਂਦੇ ਬੰਦੇ ਤੋਂ ਇਹ ਨਹੀਂ ਲਈ ਜਾ ਸਕਦੀ। ਯਾਨੀ ਬ੍ਰੇਨ ਸਟੈਮ ਡੈਥ ਵਾਲੇ ਦੀ ਗੱਲ ਵੱਖਰੀ ਸੀ, ਜੋ ਮੈਂ ਤੁਹਾਨੂੰ ਦੱਸਿਆ ਸੀ, ਜਿਹੜੇ ਲਏ ਜਾ ਸਕਦੇ ਨੇ ਜਿਸ ਤਰੀਕੇ, ਪਰ ਜੇ ਜਿਉਂਦੇ ਕਿਸੇ ਤੋਂ ਲੈਣੀ ਹੈ ਤਾਂ ਉਹ ਸਿਰਫ ਹੀ ਰਿਸ਼ਤੇਦਾਰੀ 'ਚ ਹੋ ਸਕਦੀ ਹੈ। ਉਹ ਜਿਹੜੀ ਬ੍ਰੇਨ ਸਟੈਮ ਡੈਥ ਵਿੱਚ ਕਿਸੇ ਤੋਂ ਵੀ ਜਿਹੜੀ ਹੋਏ ਉਹ ਬਗੈਰ ਰਿਸ਼ਤੇ ਦੇ ਵੀ ਹੋ ਸਕਦੀ ਹੈ, ਬਸ਼ਰਤੇ ਕਿ ਉਹਦੇ ਆਪਣੇ ਰਿਸ਼ਤੇਦਾਰ ਮੰਨਣ ਤੇ ਫਿਰ ਉਹਦੇ ਆਪ ਜਾਂ ਕੰਸੈਂਟ ਦਿੱਤੀ ਵੀ ਹੋਏ, ਤਾਂ ਵੀ ਰਿਸ਼ਤੇਦਾਰਾਂ ਦੀ ਯਾਨੀ ਮੰਨਣਾ ਉਹਨਾਂ ਨੂੰ ਪੈਣਾ ਹੀ ਹੈ। ਬਿਲਕੁਲ ਬਿਲਕੁਲ ਡਾਕਟਰ ਸਾਹਿਬ। ਸੋ ਮੈਂ ਇੱਕ ਹੋਰ ਸਵਾਲ ਤੁਹਾਨੂੰ ਜਾਂਦੇ ਜਾਂਦੇ ਪੁੱਛਦੀ ਹਾਂ ਕਿ ਜਿਵੇਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ, ਕਿਉਂਕਿ ਲੋਕਾਂ ਦਾ ਡਰ ਹੈ ਜਿਹੜਾ ਉਹ ਜਾਇਜ਼ ਹੈ, ਕਿਉਂਕਿ ਖਬਰਾਂ 'ਚ ਸੁਣੀਦਾ। ਪਿੱਛੇ ਜਿਹੀ ਆ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਦਰਮਿਆਨ ਹੀ ਡਾਕਟਰ ਦੇਵਿੰਦਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ। 125 ਲੋਕਾਂ ਦੀ ਕਿਡਨੀ ਕੱਢ ਕੇ ਉਹਨਾਂ ਦੇ ਕਤਲ ਕਰਨ ਵਾਲਾ ਡਾਕਟਰ ਹੈ, ਜੋ ਕਿ ਸ਼ਾਇਦ ਡਾਕਟਰੀ ਦੇ ਨਾਂ ਤੇ ਧੱਬਾ ਹੁੰਦੇ ਨੇ ਇਹੋ ਜਿਹੇ ਡਾਕਟਰ, ਅਸੀਂ ਤਾਂ ਕਵਾਂਗੇ। ਸੋ ਇਹ ਜਿਹੜੇ ਨੇ ਫਿਰ ਜਿਵੇਂ ਹੁਣ ਇਹਨਾਂ ਨੇ ਇੰਨੀਆਂ ਕਿਡਨੀਆਂ ਕੱਢ ਲਈਆਂ, ਕਿ ਇਹਨਾਂ ਦਾ ਫਿਰ ਮਤਲਬ ਹੁੰਦਾ ਤਾਂ ਹੋਏਗਾ ਕਿਤੇ ਨਾ ਕਿਤੇ ਸੈਟਿੰਗ ਹੁੰਦੀ ਹੋਏਗੀ ਤਾਂ ਹੀ ਇਹ ਕੱਢਦੇ ਨੇ। ਇਹਨਾਂ ਨੂੰ ਫਾਇਦਾ ਕੀ? ਇਹੋ ਜਿਹੇ ਡਾਕਟਰ ਨੇ ਜਿਹੜੇ ਇਹਨਾਂ ਦੇ ਕੋਲੇ ਕੋਈ ਆਪਣਾ ਹਸਪਤਾਲ ਹੁੰਦਾ। ਜੀ ਬਿਲਕੁਲ। ਮੈਂ ਪਹਿਲੀ ਗੱਲ ਦੱਸ ਦਿਆਂ ਕਿ ਉਹ BAMS ਡਾਕਟਰ ਸੀ, ਯਾਨੀ MBBS ਡਾਕਟਰ ਹੀ ਨਹੀਂ ਸੀ, ਸਪੈਸ਼ਲਿਸਟ ਵੀ ਨਹੀਂ ਸੀ। ਯਾਨੀ ਤੁਸੀਂ 2 ਚੀਜ਼ਾਂ ਧਿਆਨ ਕਰੋ। ਉਹਦਾ ਨੈਕਸਸ ਹੁਣ ਬਹੁਤ ਉੱਚ ਪੱਧਰੀ, ਜਿਹਦੇ ਵਿੱਚ ਪੋਲੀਟੀਸ਼ੀਅਨਸ, ਜਿਸ ਵਿੱਚ IAS ਆਫਿਸਰ, ਜਿਸ 'ਚ ਯਾਨੀ ਸੀਨੀਅਰ IPS ਆਫਿਸਰ ਤੱਕ ਸ਼ਾਮਲ ਸੀ। ਉਹਨਾਂ ਵਿੱਚੋਂ ਕਿਸੇ ਦੇ ਪਿਓ, ਕਿਸੇ ਦੇ ਮਾਂ ਨੂੰ ਉਹਦੀ ਲੋੜ ਸੀ। ਉਹ ਨੈਕਸਸ ਜੋ ਚਲਾਇਆ ਗਿਆ ਉਸ ਥਾਂ 'ਤੇ, ਉਹ
ਸ਼ਹਿ ਦੇ ਹੇਠ ਚੱਲ ਰਿਹਾ ਸੀ ਤੇ ਉਹ ਵੀ ਇੱਕ ਜੋ ਸਪੈਸ਼ਲਿਸਟ ਡਾਕਟਰ ਵੀ ਨਹੀਂ ਸੀ, ਕ੍ਰਾਸ ਮੈਚਿੰਗਸ ਨਹੀਂ ਕੀਤੀਆਂ ਗਈਆਂ ਉਸ ਪੱਧਰ ਦਾ ਕੋਈ, ਕਿਉਂਕਿ ਨਾ ਕਮੇਟੀ ਬਿਠਾਈ ਗਈ ਨਾ ਕੋਈ ਸਪੈਸ਼ਲਿਸਟ ਡਾਕਟਰ ਸੀ ਜੀ ਇਸੇ ਕਰਕੇ ਉਹ ਬਹੁਤ ਸਾਰੀਆਂ ਰਿਜੈਕਟ ਵੀ ਹੋਈਆਂ, ਜਿਸ ਸਦਕਾ ਇਹ ਕੇਸ ਸਾਹਮਣੇ ਵੀ ਆਇਆ ਕਿ ਮੌਤਾਂ ਵੀ ਹੋ ਗਈਆਂ, ਦੋਨੋਂ ਪਾਸਿਆਂ ਨੂੰ ਖਰਾਬ ਕੀਤਾ। ਇਹੋ ਜਿਹੇ ਡਾਕਟਰਸ ਲਈ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਫਾਂਸੀ ਤੋਂ ਘੱਟ ਉਰਾ ਪਰਾਂ ਸਜ਼ਾ ਹੋਣੀ ਹੀ ਨਹੀਂ ਚਾਹੀਦੀ। ਬਿਲਕੁਲ ਇਹ ਕਾਤਲ ਨੇ। ਤੇ ਗੱਲ ਇਹ ਹੈ ਕਿ ਪਰ ਕੀ ਸਿਰਫ ਉਹ ਡਾਕਟਰ, ਕੌਣ ਜ਼ਿੰਮੇਵਾਰ ਸੀ? ਕਿ ਕਿਸੇ ਨੂੰ ਕਿਉਂ ਨਹੀਂ ਖਿਆਲ ਆਉਂਦਾ ਕਿ ਜਿਹੜੇ ਉਸ ਰੈਕਟ ਦੇ ਵਿੱਚ ਉੱਚ ਪੱਧਰੀ ਲੋਕ ਜੋ ਕਿਤੇ ਪਰਦੇ ਦੇ ਪਿੱਛੇ ਰਹਿ ਗਏ, ਉਹ ਕਿਉਂ ਸਾਹਮਣੇ ਨਹੀਂ ਲਿਆਏ ਗਏ? ਕਿਉਂ ਲੋਕਾਂ ਦਾ ਗੁੱਸਾ ਉਹਨਾਂ ਉੱਤੇ ਨਹੀਂ ਉਤਰਿਆ ਕਿ ਉਹਨਾਂ ਨੂੰ ਵੀ ਬਰਾਬਰ ਦੀ ਹੀ ਇਸ ਵੇਲੇ ਸਜ਼ਾ ਚਾਹੀਦੀ ਹੈ? ਜੇ ਇਹੋ ਜਿਹਾ ਇੱਕ ਵੀ ਟੰਗਿਆ ਜਾਵੇ ਫਾਂਸੀ ਤੇ, ਇਹੋ ਜਿਹੇ ਲੁਟੇਰੇ ਸਿਆਸਤਦਾਨ ਜੋ ਸਾਡੇ ਉੱਤੇ ਬਹਿ ਜਾਂਦੇ ਨੇ ਜਾਂ ਜਿਹੜੇ IAS ਜਾਂ IPS ਜੋ ਇਸ ਤਰ੍ਹਾਂ ਦੇ ਨੈਕਸਸ ਵਿੱਚ ਇਨਵੋਲਵਡ ਹੋਣ, ਕੀ ਫਾਂਸੀ ਹੀ ਮਿਲਣੀ ਚਾਹੀਦੀ ਹੈ, ਵਰਨਾ ਉਹ ਇੱਕ BMS ਹਟੇਗਾ, ਇੱਕ ਹੋਰ BAMS ਨੂੰ ਫਸਾਣਗੇ, ਇੱਕ ਤੀਸਰੇ ਨੂੰ ਫਸਾਣਗੇ ਤੇ ਇਸ ਤਰ੍ਹਾਂ ਇਹ ਨੈਕਸਸ ਕਦੇ ਵੀ ਰੁਕ ਨਹੀਂ ਸਕਦਾ। ਬਿਲਕੁਲ ਡਾਕਟਰ ਸਾਹਿਬ, ਫਾਂਸੀ ਦੀ ਸਜ਼ਾ ਜ਼ਰੂਰ ਚਾਹੀਦੀ ਹੈ। ਔਰ ਸ਼ਰਮ ਆਉਂਦੀ ਹੈ ਇਸ ਸਾਡੇ ਮੁਲਕ ਦੇ ਮੀਡੀਆ ਦੇ ਉੱਤੇ ਕਿ ਜਿਹੜੀਆਂ ਡਿਬੇਟਸ ਨੇ ਉਹ ਆਪਸੀ ਜਿਹੜੇ ਮੁਲਕ ਨੇ ਉਹਨਾਂ ਦੇ ਤਣਾਅ ਤੇ ਜ਼ਰੂਰ ਡਿਬੇਟਸ ਹੁੰਦੀਆਂ ਨੇ ਜਾਂ ਫਿਰ ਫਾਲਤੂ ਦੇ ਮੁੱਦਿਆਂ ਤੇ ਡਿਬੇਟਸ ਜ਼ਰੂਰ ਬੈਠਦੀਆਂ ਨੇ, ਪਰ ਜਦੋਂ ਕੋਈ ਇਹੋ ਜਿਹਾ ਮੁੱਦਾ ਆਉਂਦਾ ਜਿਹਦੇ ਨਾਲ ਕਿੰਨੇ ਹੀ ਲੋਕਾਂ ਦੀ ਜਾਨ ਚਲੀ ਗਈ, ਜਿਹੜਾ ਨੈਕਸਸ ਹੈ ਉਹ ਉੱਪਰ ਤੱਕ ਪਹੁੰਚਿਆ ਹੋਇਆ, ਉਹਦੇ ਤੇ ਕਦੇ ਵੀ ਡਿਬੇਟ ਨਹੀਂ ਹੁੰਦੀ ਕਿਉਂਕਿ ਮੀਡੀਆ ਦਬਾਅ ਦੇ ਨਾਲ ਬਹੁਤ ਕੁਝ ਸੁਧਾਰ ਲਿਆ ਸਕਦਾ ਹੈ, ਆਪਾਂ ਨੂੰ ਵੀ ਪਤਾ ਹੈ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਜਾਂਦੇ ਸਿਰਫ ਇੱਕ ਜ਼ਰੂਰ ਬਹੁਤ ਇੰਪੋਰਟੈਂਟ ਗੱਲ ਦੱਸਣਾ ਚਾਹੁੰਦੀ ਹਾਂ ਜੀ ਕਿ ਇੱਕ ਸਰੀਰ, ਜਿਵੇਂ ਮੈਂ ਦੱਸਿਆ ਸੀ 23 ਜਣਿਆਂ ਨੂੰ ਅੱਗ ਦੇ ਹਵਾਲੇ ਕਰਨ ਤੋਂ ਪਹਿਲਾਂ ਜੀਵਨ ਦਾਨ ਦੇ ਸਕਦੇ ਹਾਂ, ਤੇ ਇਸ ਦੇ ਬਾਅਦ ਸਾਡੇ ਕੋਲ ਇਸ ਵੇਲੇ ਲਗਭਗ ਤੁਸੀਂ ਇਹ ਵੇਖ ਲਓ ਕਿ ਔਸਤਨ 377 ਲੋਕ ਰੋਜ਼ ਮਰ ਰਹੇ ਨੇ, 25% ਜਿਨ੍ਹਾਂ ਚੋਂ ਨੌਜਵਾਨ ਨੇ, ਤੇ ਸਾਡੇ 25,000 ਹਰ ਸਾਲ ਲੋਕ ਮਰ ਜਾਂਦੇ ਨੇ ਜਿਨ੍ਹਾਂ ਨੂੰ ਜਿਗਰ ਦੀ ਲੋੜ ਹੈ। ਜੋ ਜਿਉਂਦਾ ਜੀਵ ਵੀ ਦਿੱਤੇ ਜਾ ਸਕਦਾ ਹੈ ਉਹ ਸਿਰਫ ਅਸੀਂ 1000 ਹਾਂ ਜਿਹੜੇ ਦਾਨ ਦਿੰਦੇ ਹਾਂ। ਯਾਨੀ ਲਾਹਨਤ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਸਿਰਫ ਭਾਰਤੀ ਜੋ ਕਿ ਆਪਣੇ ਆਪ ਨੂੰ ਦਗਮੱਜੇ ਮਾਰਦੇ ਸਮਝਦੇ ਹਾਂ, ਬੜੇ ਮੋਹਰੀਆਂ ਹਰ ਚੀਜ਼ 'ਚ, ਤੇ ਪੰਜਾਬ ਵਿੱਚੋਂ ਤਾਂ ਕੋਈ ਅਗਾਂਹ ਆਉਂਦਾ ਹੀ ਨਹੀਂ, ਗਿਣੇ ਚੁਣੇ ਮਿੱਥੇ ਉਂਗਲਾਂ ਤੇ ਗਿਣਨ ਵਾਲੇ ਹੀ ਅਗਾਂਹ ਆਉਂਦੇ ਨੇ ਕਿ ਅਸੀਂ ਜਿਉਂਦੇ ਜੀਵ ਵੀ ਜੋ ਦੇ ਸਕਦੇ ਹਾਂ। ਹਜ਼ਾਰਾਂ ਦੀ ਗਿਣਤੀ ਜੋ ਮੌਤਾਂ ਹੋ ਰਹੀਆਂ ਨੇ ਉਹਨਾਂ ਨੂੰ ਕੁਝ ਵੀ ਨਹੀਂ ਦੇ ਰਿਹਾ। ਤੇ ਇਸ ਤੋਂ ਪਹਿਲਾਂ ਇਹ ਦੱਸਦੇ ਹਾਂ ਜਾਂਦੇ ਜਾਂਦੇ ਕਿ ਇਹ ਸਭ ਕੁਝ ਵੇਖਦੇ ਹਾਂ ਸਪੇਨ, ਬੈਲਜੀਅਮ, ਹੁਣ ਗੱਲ ਕਰੀਏ ਆਪਾਂ ਇਹਨਾਂ ਮੁਲਕਾਂ ਦੀ, ਫਰਾਂਸ, ਇਟਲੀ, ਸਿੰਗਾਪੁਰ, ਨਾਰਵੇ, ਆਸਟਰੀਆ, ਇਹਦੇ ਵਿੱਚ ਕਾਨੂੰਨ ਇਹ ਹੈ ਕਿ ਅਸੀਂ ਪ੍ਰੀਜ਼ਿਊਮਡ ਡੋਨਰ ਮੰਨ ਲਿਆ ਕਿ ਅੰਗ ਬਿਨਾਂ ਕਿਸੇ ਨੂੰ ਪੁੱਛੇ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਐਕਸੀਡੈਂਟਲ ਹੋਏਗੀ ਉਹਨੂੰ ਅਸੀਂ ਉਹਦੇ ਅੰਗ ਕੱਢ ਕੇ ਦੂਜੇ ਨੂੰ ਲਾਵਾਂਗੇ ਤਾਂ ਕਿ ਕਿਸੇ ਇੱਕ ਨੂੰ ਜ਼ਿੰਦਗੀ ਬਖਸ਼ੀ ਜਾ ਸਕੇ। ਉੱਥੇ ਕੰਪਲਸਰੀ ਇਹ ਅੰਗ ਕੱਢੇ ਹੀ ਜਾਂਦੇ ਨੇ ਬਿਨਾਂ ਕਿਸੇ ਨੂੰ ਪੁੱਛਿਆ। ਉਸੇ ਸਦਕਾ ਉਹਨਾਂ ਥਾਵਾਂ ਤੇ ਮੌਤ ਦਰ ਬਹੁਤ ਘੱਟ ਜੇ, ਪਰ ਸਾਡੇ ਅਸੀਂ ਜਿਸ ਨੂੰ ਦੇ ਸਕਦੇ ਹਾਂ ਜਾਂ ਦਾਨ, ਯਾਨੀ ਅੱਖਾਂ ਦਾਨ ਤੱਕ ਤੋਂ ਵੀ ਅਸੀਂ ਗੁਰੇਜ਼ ਕਰਦੇ ਹਾਂ, ਬਾਕੀ ਤਾਂ ਅੰਗਾਂ ਦੀ ਗੱਲ ਹੀ ਛੱਡੋ। ਯਾਨੀ ਡਾਕਟਰ ਕੱਢੇ ਜਾਂ ਨਾ ਕੱਢੇ ਦੀ ਗੱਲ ਹੀ ਵੱਖਰੀ ਰਹਿ ਗਈ। ਗੱਲ ਇਹ ਹੈ ਕਿ ਅਸੀਂ ਮਰਨ ਤੋਂ ਬਾਅਦ ਵੀ ਜੇ ਇਹੋ ਜਿਹੀ ਗੱਲ ਸੋਚਦੇ ਹਾਂ ਅਸੀਂ ਕੁਝ ਵੀ ਨਹੀਂ ਦੇਣਾ, ਜਿਸ ਅੰਗ ਨੇ ਸਾੜੀ ਜਾਣਾ, ਤਾਂ ਜੇ ਅੰਗ ਦਾਨ ਕਿਸੇ ਨੂੰ ਦਿੱਤਾ ਜਾਵੇ ਤਾਂ ਉਹ ਖਰੇ ਪੁਸ਼ਤ ਦਰ ਪੁਸ਼ਤ ਰਿਣੀ ਰਹੇਗਾ। ਉਹ ਟੱਬਰ ਇੱਕ ਨਹੀਂ, ਦੋ ਨਹੀਂ, ਇੱਕ ਜਣੇ ਤੋਂ 23 ਟੱਬਰ ਪੂਰਾ ਉਹਨਾਂ ਦੀਆਂ ਪੁਸ਼ਤਾਂ ਯਾਦ ਰੱਖਣਗੀਆਂ ਕਿ ਇਹਨਾਂ ਨੇ ਸਾਨੂੰ ਜ਼ਿੰਦਗੀ ਦਿੱਤੀ। ਸੋ ਅੰਗ ਦਾਨ ਬਹੁਤ ਵੱਡਾ ਦਾਨ ਹੁੰਦਾ ਜੇ ਜਿਗਰੇ ਵਾਲੇ ਕਰ ਸਕਦੇ ਨੇ। ਸੋ ਇਹ ਜੇ ਕਦੇ ਇਸ ਪਾਸੇ ਵੱਲ ਵੀ ਧਿਆਨ ਦਈਏ ਤਾਂ ਅਸੀਂ ਲੱਖਾਂ ਲੋਕਾਂ ਦੀਆਂ ਅੱਖਾਂ ਵਾਪਸ ਲਿਆ ਸਕਦੇ ਹਾਂ ਤੇ ਉਹਨਾਂ ਅੱਖਾਂ ਰਾਹੀਂ ਆਪਣੀ ਬਹੁਤ ਨਜ਼ਦੀਕੀ ਨੂੰ ਹਮੇਸ਼ਾ ਵੇਖ ਵੀ ਸਕਦੇ ਹਾਂ। ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਸੋਹਣੀ ਗੱਲ ਤੁਸੀਂ ਕੀਤੀ ਹੈ ਤੇ ਅਸੀਂ ਵੀ ਜ਼ਰੂਰ ਅਪੀਲ ਕਰਾਂਗੇ ਸਭ ਨੂੰ ਕਿ ਅੰਗ ਦਾਨ ਜਿਹੜੇ ਵੀ ਜਿਗਰੇ ਵਾਲੇ ਲੋਕ ਨੇ ਉਹ ਜ਼ਰੂਰ ਕਰਨ। ਸੋ ਡਾਕਟਰ ਹਰਸ਼ਿੰਦਰ ਕੌਰ ਜੀ, ਸਾਡੇ ਨਾਲ ਬਹੁਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਜੀ ਬਹੁਤ ਸ਼ੁਕਰੀਆ। ਜੀ ਧੰਨਵਾਦ।